संगी जनों, परमात्मा दे नाल डूंगी सांझ पाउण दे लई जां ये मन उस दा रूप ही हो जाए, उस दे लई मुख जरूरत ये है उस दे गुण गाउणे पैंदे ने। जिवें जिवें उस दे गुण गाए जांदे ने, महाराज कहंदे ने उहदे गुण गाउंदियां गाउंदियां जे मन उहदे नाल रहण लग पिया, परमात्मा फिर उस मनुख दा अंगीकार करदा है, हर मौके ते उहदी मदद करदा है, किसे ना किसे रूप विच ਉਹ ਉਸ ਨੂੰ ਗਲਤ ਕਰਮਾਂ ਤੋਂ ਰੋਕਦਾ ਹੈ, ਚੰਗੇ ਕਰਮਾਂ ਵੱਲ ਲੈ ਕੇ ਜਾਂਦਾ ਹੈ। ਮਿਲ ਉਹ ਕਿਸੇ ਵੀ ਰੂਪ ਵਿੱਚ ਜਾਂਦਾ ਹੈ। ਕੋਈ ਮਾੜਾ ਵਿਚਾਰ ਮਨ ਦੇ ਵਿੱਚ ਆਇਆ, ਜਦੋਂ ਹੀ ਉਧਰ ਨੂੰ ਤੁਰਨ ਲੱਗਿਆ ਕੋਈ ਚੰਗੀ ਚੀਜ਼ ਨਾਲ ਹੀ ਸੁਣੀ ਜਾਂਦੀ ਹੈ, ਉਹ ਵਿਚਾਰ ਉੱਠ ਹੀ ਬੈਠ ਜਾਂਦਾ ਹੈ। ਜਦੋਂ ਮਨੁੱਖ ਪਰਮਾਤਮਾ ਵੱਲ ਨੂੰ ਚੱਲਦਾ ਹੈ, ਜਿਵੇਂ ਉਹਦੇ ਵੱਲ ਨੂੰ ਚੱਲਦਾ ਜਾਏਗਾ, ਉਸ ਪ੍ਰਕਾਰ ਦੀਆਂ ਵਿਧਾਂ ਬਣਨੀਆਂ ਸ਼ੁਰੂ ਹੋ ਜਾਣਗੀਆਂ। ਜਿਵੇਂ ਜਿਵੇਂ ਕਰਮ ਵੱਧਦੇ ਜਾਣਗੇ, ਉਸ ਪ੍ਰਕਾਰ ਦੀਆਂ ਚੀਜ਼ਾਂ ਮਨੁੱਖ ਸੁਣਨੀਆਂ ਸ਼ੁਰੂ ਕਰ ਦੇਵੇਗਾ, ਵੈਸੇ ਹੀ ਉਹਨੂੰ ਸੰਗਤ ਮਿਲ ਜਾਏਗੀ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, हर नाल रहो तू मन मेरे दुख सब विसारना। अंगीकार ओह करे तेरा कारज सब सवारना। सबना गल्लां समरथ स्वामी, सो क्यों मनो विसारे। कह नानक मन मेरे सदा रहो हर नाले। इत्थे जिक्र महाराज साहब जी ने मन दा कीता है। सारा संबोधन मन नूं ही है। मन नूं कहण कौन रहा है? जिहड़ी इहदी अंदर दी आत्मा है, वो मन नूं कह रही है मना। ये उस अवस्था की गल है जदों मनुख अपने मन नूं वेखना शुरू कर दिंदा है। अपने मन नूं वेखना, फिर मन दे उत्ते विचार करनी, जो मेरे मन में चल रहा है ये ठीक है जां गलत है, ये विरले मनुखा नूं पता हुंदा है। ऐसी अवस्था विरलिया मनुखा की हुंदी है जिथे मनुख नूं ये पता लगना शुरू हो जाए मेरे मन दे विच कुछ गड़बड़ है, मन दे विच कुछ माड़ा चलता है। पहला तो उस नूं वेखना, वेखण तो बाद फिर उस नूं ठीक करन दा उपराला करना। हुण पहला तो मनुख नूं यही पता नहीं लगता मन की है, फिर मन दे विच जे माड़ा चल रहा है वो ठीक किवें होएगा उहदा पता नहीं लगता। ईर्खा चलती है, मन बार बार निंदिया दी मंग करता है, बार बार पराए रूप की मंग करता है, ईर्खा की मंग करता है, द्वेष की मंग करता है बार बार। मैं कई बारी आप जी के सामने पहला भी बेनती की, कई बारी मनुख टीवी वेखे ना या होर चीज़ों को श्रवण करे, मन कभी अकदा नहीं है ना थकदा है। इसका कारण की? क्योंकि उत्थे रुचि बनी हुई है, उस कर्म विच रुचि है, ना निंदर ही आउंदी है। मन भज भज के उस चीज़ वाल जाता है, भज भज के, क्योंकि मन हजे अज्ञानी है, इसनूं चंगी ते माड़े की पछाण नहीं। बाणी दे विच ही महाराज कहंदे ने मन कैसा है, माया मन हो ना विसरै, मांगै दमा दम। ये मन चों विसरदी नहीं, बार बार मन इसकी मंग करी जाता है। जो मन मंगा करता है वो मंगा ठीक ने या नहीं ने, ये मनुख नूं नहीं पता।
ਇੱਥੇ ਸਤਿਗੁਰੂ ਜੀ ਕਹਿੰਦੇ ਨੇ ਜੇ ਮਨ ਪਰਮਾਤਮਾ ਦੇ ਨਾਲ ਰਹਿਣ ਲੱਗ ਪਿਆ ਫਿਰ ਬਣੇਗਾ ਕਿ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ। ਸਾਰੇ ਕਾਰਜ ਪੂਰੇ ਹੋ ਜਾਣਗੇ, ਹਰੇਕ ਚੀਜ਼ ਦੀ ਸੋਝੀ, ਹਰੇਕ ਚੀਜ਼ ਦੀ ਸਮਝ ਆ ਜਾਏਗੀ। ਵੈਸੇ ਤੇ ਬਾਣੀ ਵਿੱਚ ਇਹ ਵੀ ਸ਼ਬਦ ਆਉਂਦਾ ਹੈ, ਕਰ ਕਰ ਥਾਕੇ ਵੱਡੇ ਵਡੇਰੇ, ਕਾਜ ਨਾ ਕੀਏ ਕਿਨਹੂ ਮਾਇਆ ਪੂਰੇ। ਕਰ ਕਰ ਥੱਕੇ ਵੱਡੇ ਵਡੇਰੇ, ਕਾਜ ਨਾ ਕੀਏ ਕਿਨਹੀ ਮਾਇਆ ਪੂਰੇ। ਮਾਇਆ ਦੇ ਜਿਹੜੇ ਕਾਰਜ ਨੇ ਹਰੇਕ ਮਨੁੱਖ ਪੂਰੇ ਨਹੀਂ ਕਰ ਸਕਿਆ। ਕੋਈ ਨਾ ਕੋਈ ਕਾਰਜ ਹਰੇਕ ਮਨੁੱਖ ਦਾ ਅੰਤ ਦੇ ਸਮੇਂ ਰਹਿ ਹੀ ਜਾਂਦਾ। ਫਿਰ ਜਿੰਨੇ ਕਾਰਜ ਰਹਿ ਜਾਣਗੇ ਇਹ ਮਨ ਦੁਬਾਰਾ ਫਿਰ ਆ ਜਾਏਗਾ, ਇੱਥੇ ਹੀ ਕੋਈ ਹੋਰ ਸਰੀਰ ਲੈ ਕੇ ਆ ਜਾਏਗਾ। ਗੁਰਬਾਣੀ ਦੇ ਵਿੱਚ ਬਾਰ-ਬਾਰ ਸਭ ਤੋਂ ਵੱਡਾ ਦੁੱਖ ਜਿਹੜਾ ਮੰਨਿਆ ਹੈ ਉਹ ਜਨਮ ਤੇ ਮਰਨ ਦਾ ਹੈ। ਵੱਖਰੀ ਗੱਲ ਹੈ ਇਸ ਦੁੱਖ ਦਾ ਪਤਾ ਕਿਸੇ ਕਿਸੇ ਨੂੰ ਹੈ। ਰੋਟੀ ਨਾ ਮਿਲੇ ਭੁੱਖ ਦਾ ਦੁੱਖ ਹੈ, ਸਭ ਨੂੰ ਪਤਾ ਹੈ। ਕੋਈ ਜੀਵ ਚਲਾ ਜਾਏ, ਵਿਛੋੜਾ ਹੋ ਜਾਏ, ਉਹਦਾ ਦੁੱਖ ਸਾਰਿਆਂ ਨੂੰ ਪਤਾ ਹੈ। ਪੈਸਾ ਕੋਲੋਂ ਚਲਿਆ ਜਾਏ ਉਹਦਾ ਦੁੱਖ ਸਾਰਿਆਂ ਨੂੰ ਪਤਾ ਹੈ। ਚੰਗੇ ਗੁਣ ਮਨੁੱਖ ਦੇ ਕੋਲੋਂ ਚਲੇ ਗਏ ਨੇ, ਪਰਮਾਤਮਾ ਵਿਛੜਿਆ ਹੋਇਆ ਹੈ, ਇਹ ਕਿਸੇ ਕਿਸੇ ਨੂੰ ਪਤਾ ਹੈ। ਐਸਾ ਵਿਰਾਗ ਕਿਸੇ ਕਿਸੇ ਦੇ ਅੰਦਰ ਪੈਦਾ ਹੁੰਦਾ ਹੈ, ਸਾਰਿਆਂ ਦੇ ਅੰਦਰ ਨਹੀਂ ਹੁੰਦਾ। ਮਨ ਵੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਓ। ਐਸਾ ਵਿਰਾਗ ਬਾਣੀ ਕਹਿੰਦੀ ਹੈ, ਵਿਖਿਆਨ ਸਿਉ ਕਾਹੇ ਰਚਿਓ, ਨਿਮਖ ਨਾ ਹੋਏ ਉਦਾਸ। ਕੋਈ ਵਿਰਲਾ ਮਨੁੱਖ ਹੁੰਦਾ ਹੈ ਜਿਹਨੂੰ ਵਿਸ਼ਿਆਂ ਤੋਂ ਉਦਾਸੀ ਆ ਜਾਏ। ਜਿਸ ਮਨ ਨੂੰ ਇਹ ਸਮਝ ਲੱਗ ਗਈ ਜੋ ਵਿਸ਼ੇ ਤੇ ਵਕਾਰ ਨੇ ਇਹ ਜ਼ਹਿਰ ਦੇ ਸਮਾਨ ਨੇ, ਤੇ ਮਨੁੱਖ ਸਹਿਜਤਾ ਦੇ ਵਿੱਚ ਆ ਜਾਏ। ਬੜੀ ਵਾਰੀ ਇਹ ਸਵਾਲ ਅਕਸਰ ਹੀ ਪੁੱਛਿਆ ਜਾਂਦਾ ਹੈ, ਫਿਰ ਮਨ ਸਹਿਜਤਾ ਵਿੱਚ ਕਿਵੇਂ ਆਵੇਗਾ? ਮਨ ਸਹਿਜਤਾ ਵਿੱਚ ਕਿਵੇਂ ਆਏ? ਮਨ ਤੇ ਭੱਜਾ ਫਿਰਦਾ, ਸਹਿਜਤਾ ਵਿੱਚ ਕਿਵੇਂ ਆਏਗਾ? ਅਕਸਰ ਕਦੀ ਚੀਜ਼ ਵੇਖਣਾ, ਸਾਡਾ ਮਨ ਭੱਜ ਰਿਹਾ ਹੋਏ ਨਾ ਕਿਸੇ ਵੀ ਚੀਜ਼ ਪਿੱਛੇ, ਜਦੋਂ ਵੀ ਮਨੁੱਖ ਦਾ ਮਨ ਭੱਜਦਾ ਹੈ ਸਹਿਜਤਾ 'ਚ ਕਦੋਂ ਆਉਂਦਾ ਹੈ? ਜਿਵੇਂ ਸਾਹਮਣੇ ਕੋਈ ਬੋਤਲ ਪਈ ਹੈ, ਰੰਗ ਉਹਦਾ ਕਾਲਾ ਹੈ, ਦੂਰੋਂ ਕੋਲਡ ਡਰਿੰਕ ਲੱਗਦੀ ਹੈ। ਸਿੱਧਾ ਜਿਹਾ ਉਦਾਹਰਣ ਹੈ। ਹੁਣ ਕਿਸੇ ਨੂੰ ਇਹ ਪਤਾ ਲੱਗ ਜਾਏ, ਪਹਿਲਾਂ ਤਾਂ ਦਿਲ ਅੰਦਰੋਂ ਕਰ ਰਿਹਾ ਮੈਂ ਇਹਨੂੰ ਪੀ ਲਵਾਂ, ਦੂਰ ਪਈ ਹੈ ਪਤਾ ਲੱਗ ਰਿਹਾ, ਪੀਣਾ ਚਾਹੁੰਦਾ ਹੈ, ਮਨ ਬੜਾ ਜ਼ਿਆਦਾ ਬਾਰ-ਬਾਰ ਉਹਦੀ ਮੰਗ ਕਰੀ ਜਾਂਦਾ ਹੈ। ਕਿਸੇ ਨੇ ਆ ਕੇ ਦੱਸਿਆ ਉਹ ਕੋਲਡ ਡਰਿੰਕ ਨਹੀਂ ਹੈ, ਉਹ ਤੇ ਜ਼ਹਿਰ ਹੈ, ਰੰਗ ਹੀ ਕਾਲਾ ਹੈ, ਰੰਗ ਵਰਗਾ ਹੈ ਜ਼ਹਿਰ ਹੈ। ਜਿਹਨੂੰ ਤੂੰ ਖੁਸ਼ੀ ਸਮਝ ਰਿਹਾ ਹੈ, ਜਿਸ ਦੇ ਪੀਣ ਵਿੱਚ ਆਨੰਦ ਸਮਝ ਰਿਹਾ ਹੈ, ਉਹ ਤੇ ਜ਼ਹਿਰ ਹੈ। ਮਨ ਨਾਲੋਂ ਨਾਲ ਹੀ ਉੱਥੋਂ ਹਟ ਜਾਏਗਾ, ਹੁਣ ਮੰਗ ਕਰੇਗਾ ਹੀ ਨਹੀਂ। ਹੁਣ ਤੇ ਧੱਕੇ ਨਾਲ ਵੀ ਕੋਈ ਪਾਏਗਾ ਨਾ ਫਿਰ ਵੀ ਨਹੀਂ ਪੀਏਗਾ, ਸਹਿਜਤਾ ਵਿੱਚ ਆ ਗਿਆ। ਮਨੁੱਖ ਬਾਰ-ਬਾਰ ਮਨੁੱਖ ਦਾ ਮਨ ਮੰਗਾਂ ਕਰਦਾ ਹੈ ਪਦਾਰਥਾਂ ਦੀਆਂ, ਬਾਰ-ਬਾਰ ਮੰਗਾਂ ਕਰੀ ਜਾਂਦਾ ਹੈ। ਕਿਉਂ? ਇਹਨੂੰ ਗਿਆਨ ਨਹੀਂ ਹੈ। ਅਗਿਆਨੀ ਮਤਹੀਣ ਹੈ, ਗੁਰ ਬਿਨ ਗਿਆਨ ਨਾ ਹੋਏ। ਅਗਿਆਨੀ ਹੈ ਤੇ ਮਤਹੀਣਾ ਹੈ, ਇਸ ਨੂੰ ਸਮਝ ਹੀ ਨਹੀਂ ਹੈ। ਜੋ ਇਹ ਸਹੀ ਸਮਝ ਰਿਹਾ ਹੈ ਉਹ ਗਲਤ ਹੈ। ਇਸ ਕਰਕੇ ਜਿਹੜਾ ਉੱਤੋਂ ਉੱਤੋਂ ਮੋਹ ਹੁੰਦਾ ਹੈ, ਉੱਤੋਂ ਉੱਤੋਂ ਬੜਾ ਪਿਆਰਾ ਲੱਗਦਾ ਹੈ। ਹਰੇਕ ਚੀਜ਼ ਉੱਤੋਂ ਉੱਤੋਂ ਬੜੀ ਪਿਆਰੀ ਲੱਗਦੀ ਹੈ। ਜਿਵੇਂ ਅਸੀਂ ਵੇਖ ਸਕਦੇ ਹਾਂ, ਸੱਪ ਵੇਖਣ ਦੇ ਵਿੱਚ ਬੜਾ ਸੋਹਣਾ ਲੱਗਦਾ ਹੈ, ਪਰ ਉਸਦਾ ਜਿਹੜਾ ਡੰਕ ਹੈ ਉਹ ਬੜਾ ਮਾੜਾ ਹੈ। ਇਸ ਕਰਕੇ ਇਹ ਜਿਹੜੇ ਮਾਇਆ ਦੇ ਚੱਕਰਵਿਊਹ ਨੇ ਵੇਖਣ ਵਿੱਚ ਹੀ ਸੋਹਣੇ ਲੱਗਦੇ ਨੇ। ਜਦੋਂ ਮਨੁੱਖ ਇਹਨਾਂ ਦੇ ਵਿੱਚ ਫਸ ਜਾਂਦਾ ਹੈ, ਮੈਂ ਦੋ ਗੱਲਾਂ ਆਪ ਜੀ ਦੇ ਸਾਹਮਣੇ ਬੇਨਤੀ ਕਰਾਂਗਾ। ਇੱਕ ਤੇ ਉਸ ਦੇ ਵਿੱਚ ਫਸ ਜਾਣਾ, ਇੱਕ ਉਸ ਦਾ ਗਿਆਨ ਹੋਣਾ, ਦੋ ਚੀਜ਼ਾਂ ਵੱਖੋ ਵੱਖਰੀਆਂ ਨੇ। ਮਾਇਆ ਛੱਡਣ ਦਾ ਜ਼ਿਕਰ ਪੂਰੀ ਗੁਰਬਾਣੀ 'ਚ ਕਿਤੇ ਨਹੀਂ ਹੈ, ਛੱਡਣ ਦੀ ਤੇ ਗੱਲ ਹੀ ਨਹੀਂ ਹੋਈ। ਜੇ ਛੱਡਣਾ ਹੈ ਨਾ ਫਿਰ ਇਹਦਾ ਮਤਲਬ ਪਤਾ ਹੀ ਅਸੀਂ ਕੀ ਕਹਿ ਰਹੇ ਹਾਂ।
हे परमात्मा तेरे ਵੱਲੋਂ बनाए हुए पदार्थ गलत ने तो सानू प्रवान नहीं, फिर ਇਹਦਾ इल्ज़ाम परमात्मा ते लग जाएगा। बाणी कहती छड्डना कुछ भी नहीं है, सब कुछ समझना है बस। खाना छड्डना नहीं है, खाने में संजम होना चाहिए है। दुनिया ते कोई भी कर्म है, छड्डना कुछ नहीं है, सिर्फ संजम होना चाहिए है, समझ आनी चाहिए है। इस करके जिहड़ा क्रोध है ना, क्रोध है, हंकार है, इन्हां दी समझ आनी चाहिए है असल च क्रोध है की है, ये आउंदा क्यों है, हंकार की है, ये क्यों आउंदा है, मोह की है, मेरा परिवार नाल मोह क्यों है, क्यों इन्हां नाल मैं जुड़िया होया हाँ, इन्हां नाल मेरा रिश्ता की है, ये समझ आना चाहिए है। छड्डना तो मतलब ये हो गया समझण तो पल्ला झाड़ना है, बस वेख लिया ये चीज़ माड़ी है छड्ड दिओ। सारी दुनिया में कुछ ना कुछ इनू माड़ा लगी जाना है, फिर सारी उम्र छड्डण ते ही रहेगा। अज परिवार छड्डेगा, कल किसी होर नाल लड़ाई वज जाएगी, आश्रम बना लेगा, उत्थों छड्डेगा, सारी उम्र छड्डदे ही लंघ जानी है। बाणी दे विच फरीद साहब कहंदे ने, कहंदे ये जो विस गंधला ने याद रखी इन्हां उत्ते मिठा पाया होया है, मिठे करके मनुख खा जाता है। शुरू शुरू दे विच परिवार नाल प्यार पैंदा है, हौली हौली मोह डूंगा हुंदा चला जाता है, शुरू शुरू विच बड़ा आनंद आउंदा है, पर जदों गहरा फस जाता है फिर परमात्मा दूर चला जाता है, कल्ला रह जाता है, मन कल्ला। फरीदा ए विस गंधला धरियां खंड लिवाड़, एक रहांदे रह गए एक रंधी गए उजाड़। इन्हां विस गंधलां नूं खांदियां खांदियां इकना नूं सब सोझी आई, एक फिरदे वे प्रवाह, एक जागंदे ना लहण एक ना सुत्तियां दे उठा। किसे नूं ते समझ आ गई, उन्हें समझिया ते छड़ दिता। कोई लगातार जहर पी जा रहा है, लगातार इस नशे विच फसिया होया है, जातां धर्मां ते मजहबां दे झगड़ियां विच फसिया होया है। ये बार बार इस नूं डराउंदे ने, बार बार मनुख फसी जाता है। आओ कल जिहड़ी असीं कथा श्रवण कीती सी, जिस दे विच सच्चे पातशाह जी ने अमृतसर साहिब दे पावन सरोवर की चणवाई कराई है, नाल दी नाल भाई संतोख सिंह जी ने कुछ सिखां दा वर्णन किया है। आउण वाले समयां विच सारियां साखियां सिखां दियां चलणगीਆਂ, किवें गुरु जी शरधा पूरी करते हुंदे सन, किवें उन्हां नूं ज्ञान दिंदे हुंदे सन, क्योंकि जिहड़ा ज्ञान वाला सी उहनूं ज्ञान दिंदे सन, जैसी जिहदी इच्छा हुंदी सी उहनूं दे दिंदे सन, क्योंकि जैसी जिहदी इच्छा हुंदी है गुरु उही उहनूं बख्श दिंदा है। हुण आप जी कहोगे जे दुख मिले ने, ये किहड़ा साडी इच्छा है, अपने लिए नहीं होएगी, किसी होर लिए होएगी। इच्छा तो है, इच्छा तो इच्छा हुंदी है, अपने लिए दुख नहीं चाहया होएगा, किसी होर लिए चाह लिया होगा, इच्छा तो कीती है ना। तो परमात्मा इच्छा पूरक है, इत्थे ये नहीं लिखिया चंगियां इच्छावां, इच्छा पूरक है। वो जो भी मन में इच्छा उठती है परमात्मा उन्होंने ही पूरी करता है। आओ आपां जो अगे कथा चलती है उसनूं श्रवण करिए। आरंभ करन तो पहला सतगुरु जी वालों बख्शे पावन गुरु मंत्र नाल सांझ पाइए। सतनाम श्री वाहे सतनाम श्री वाहे गुरु साहिब जी। बड़े हज़ारां मनुखां दा कल्याण हुंदा है। सतगुरु जी महाराज जिहड़ा कोई भी उन्हां दे कोल आउंदा है उहनूं दान दी प्राप्ति दिंदे हन। पाए कामना एक नर जावै, चह कह कीरत करत सुनावै। जिहड़े मनुख दी कामना पूरी हुंदी सी, जिथे जिथे भी वो जांदा सी, सतगुरु महाराज जी दी कीर्ति नूं सुनाया करदा सी। सुन कै अपर चौप बड धरै, पहुँच गुरु टिक सेवा करै।
ਹੋਰਾਂ ਨੂੰ ਪਤਾ ਲੱਗਦਾ ਸੀ, ਉਹ ਵੀ ਚੱਲ ਪੈਂਦੇ ਸੀ, ਜਾ ਕੇ ਸੇਵਾ ਕਰਦੇ ਸੀ। ਵੀ ਇੱਕ ਨੂੰ ਪਤਾ ਲੱਗੀ ਉਹਦੀ ਇੱਛਾ ਪੂਰੀ ਹੋਈ ਹੈ, ਦੂਜੇ ਵੀ ਚੱਲ ਪੈਂਦੇ ਨੇ। ਇਸ ਕਰਕੇ ਜਿਹਨੂੰ ਵੀ ਪਤਾ ਲੱਗਦਾ ਹੈ ਉਹ ਹੀ ਸੇਵਾ ਲਈ ਚੱਲ ਪੈਂਦਾ ਹੈ। ਆਪਣੀ ਆਏ ਪੂਰਹਿ ਅਭਿਲਾਖਾ, ਸਿਮਰਨ ਕਰੈ ਪ੍ਰੇਮ ਔਰ ਰਾਖਾ। ਆ ਕੇ ਸਤਿਗੁਰੂ ਜੀ ਦੇ ਦਰ ਤੇ ਸੇਵਾ ਕਰਦੇ ਨੇ ਤੇ ਮਨ ਦੇ ਵਿੱਚ ਸਿਮਰਨ ਕਰਦੇ ਨੇ, ਪ੍ਰਭੂ ਦਾ ਸਿਮਰਨ, ਉਹਦੀ ਯਾਦ ਹਮੇਸ਼ਾ ਹੀ ਆਪਣੇ ਮਨ ਵਿੱਚ ਟਿਕਾ ਕੇ ਰੱਖਦੇ ਹਨ। ਸਰੋਤਾ ਸੁਣ ਕਰ ਸੁਭ ਇਤਿਹਾਸ, ਚਿੱਤ ਮੈਂ ਚੌਪ ਵਿਸਾਲ ਪ੍ਰਕਾਸ਼। ਕਹਿੰਦੇ ਹਨ ਕਵੀ ਸੰਤੋਖ ਸਿੰਘ ਜੀ, ਇਹ ਜਿਹੜਾ ਸ਼ੁਭ ਇਤਿਹਾਸ ਹੈ ਨਾ, ਇਸ ਨੂੰ ਸੁਣ ਕੇ ਸਰੋਤਿਆਂ ਦੇ ਮਨ ਵਿੱਚ ਪਿਆਰ ਪੈਦਾ ਹੁੰਦਾ ਹੈ। ਇਹਨੂੰ ਸੁਣਨ ਕਰਕੇ ਉਹਨਾਂ ਦੇ ਅੰਦਰ ਪਰਮਾਤਮਾ ਦੇ ਪ੍ਰਤੀ ਖਿੱਚ ਪੈਦਾ ਹੁੰਦੀ ਹੈ। ਜਦੋਂ ਗੁਰਬਾਣੀ ਦੀਆਂ ਪਾਵਨ ਵਿਚਾਰਾਂ ਨੂੰ ਸੁਣੀਦਾ ਹੈ, ਗੁਰੂ ਦੀ ਵਿਚਾਰ ਨੂੰ ਸੁਣਦੇ ਹਾਂ, ਜਦੋਂ ਗੁਰੂ ਜੀ ਕਹਿੰਦੇ ਨੇ ਪਰਮਾਤਮਾ ਸਭ ਕੁਝ ਹੀ ਦੇਣ ਵਾਲਾ ਹੈ, ਸਭ ਕੁਝ ਕਰਨ ਵਾਲਾ ਹੈ, ਫਿਰ ਮਨੁੱਖ ਅੰਦਰ ਵੀ ਅਭਿਲਾਸ਼ਾ ਪੈਦਾ ਹੁੰਦੀ ਹੈ, ਜੇ ਹੋਰਾਂ ਨੂੰ ਦੇ ਸਕਦਾ ਮੈਨੂੰ ਵੀ ਦੇਵੇਗਾ। ਇਹ ਬਾਣੀ ਕਹਿੰਦੀ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ। ਹੁਣ ਇਹ ਗੱਲ ਕੋਈ ਮਾਮੂਲੀ ਇਨਸਾਨ ਨੇ ਨਹੀਂ ਕਹੀ, ਗੁਰੂ ਅਮਰਦਾਸ ਜੀ ਨੇ ਕਹੀ ਹੈ। ਗੁਰੂ ਨਾਨਕ ਦੀ ਗੱਦੀ ਦੇ ਵਾਰਸ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਾਰੇ। ਬਸ ਗੱਲ ਇੰਨੀ ਹੁੰਦੀ ਹੈ, ਲੇਟ ਸਵੇਰ ਮਨੁੱਖ ਦੇ ਕਰਮ ਕਰ ਦਿੰਦੇ ਨੇ। ਕਰਮਾਂ ਦੀ ਗਤੀ ਬੜੀ ਵੱਡੀ ਹੈ ਸਾਧ ਸੰਗਤ। ਕਦੇ ਵੀ ਜ਼ਿੰਦਗੀ ਵਿੱਚ ਐਵੇਂ ਮਤ ਸਮਝਣਾ, ਜੋ ਕਰਮ ਕਮਾ ਲਿਆ ਹੈ ਉਹ ਕਿਸੇ ਨਾ ਕਿਸੇ ਰੂਪ ਵਿੱਚ ਸਾਹਮਣੇ ਜ਼ਰੂਰ ਖੜਾ ਹੁੰਦਾ। ਜੋ ਵੀ ਕਰਮ ਕਮਾਇਆ ਜਾਂਦਾ ਹੈ ਉਹ ਕਰਮ ਆਉਂਦਾ ਜ਼ਰੂਰ ਹੈ, ਅੱਗੇ ਆਏਗਾ ਕਿਸੇ ਵੀ ਰੂਪ ਵਿੱਚ। ਅੱਜ ਕਿਸੇ ਨੂੰ ਮਾੜਾ ਬੋਲਿਆ ਹੈ, ਮਾੜਾ ਸੋਚਿਆ ਹੈ, ਪਰਮੇਸ਼ਰ ਤੋਂ ਦੂਰ ਹੋਏ ਆ, ਇਹ ਪਾਪ ਹੀ ਹੈ, ਮਾੜਾ ਕਰਮ ਹੀ ਹੈ। ਪਰਮੇਸ਼ਰ ਦੀ ਯਾਦ ਤੋਂ ਦੂਰ ਜਾਣਾ ਇਹ ਹੀ ਸਭ ਤੋਂ ਵੱਡਾ ਪਾਪ ਹੈ। ਇਸ ਦੇ ਦੂਰ ਹੁੰਦਿਆਂ ਹੀ ਨਾਲ ਦੀ ਨਾਲ ਮਨੁੱਖ ਦੇ ਅੰਦਰ ਵਕਾਰਾਂ ਦੀ ਹਨੇਰੀ ਲੱਗ ਜਾਂਦੀ ਹੈ, ਨਾਲ ਦੀ ਨਾਲ ਮਾੜੇ ਵਿਚਾਰਾਂ ਦੀ ਹਨੇਰੀ ਸ਼ੁਰੂ ਹੋ ਜਾਂਦੀ ਹੈ। ਆਪ ਜੀ ਕਦੇ ਵੇਖਣਾ, ਜੇ ਲਗਾਤਾਰ ਸੰਗਤ ਵਿੱਚ ਆ ਰਹੇ ਹਾਂ, ਕਿਤੇ 5-7 ਦਿਨ ਨਾ ਆਉਣਾ, 15 ਦਿਨ, 15 ਦਿਨਾਂ ਦੇ ਵਿੱਚ ਹੀ ਮਨ ਦੱਸਣਾ ਸ਼ੁਰੂ ਕਰ ਦੇਗਾ ਮੇਰੇ ਅੰਦਰ ਬਦਲਾਅ ਕੀ ਆ ਗਿਆ ਹੈ। ਇਵੇਂ ਸਮਝ ਲਓ ਜਿਵੇਂ ਕਮਰੇ ਦੇ ਵਿੱਚ ਸਫਾਈ ਨਾ ਕਰੀਏ ਗੰਦਗੀ ਚੜ ਜਾਂਦੀ ਹੈ, ਇਵੇਂ ਮਨ ਦੇ ਅੰਦਰ ਵਕਾਰਾਂ ਦੀ ਮਹਿਲ ਆਪਣੇ ਆਪ ਹੀ ਲੱਗਦੀ ਜਾਂਦੀ ਹੈ। ਭਾਵੇਂ ਕਿਸੇ ਕੋਲ ਬੈਠੀਏ ਭਾਵੇਂ ਨਾ ਬੈਠੀਏ, ਸਮੇਂ ਦੀਆਂ ਵਾਈਬ੍ਰੇਸ਼ਨ ਹੀ ਐਸੀਆਂ ਨੇ ਜਿਹੜੀਆਂ ਮਨੁੱਖ ਨੂੰ ਦੁਬਾਰਾ ਛੂੰਹਦੀਆਂ ਰਹਿੰਦੀਆਂ ਹਨ। ਸਿੱਖਿਆ ਕੰਨ ਕੇ ਸੁਨ ਕਰ ਨਾਮ, ਜਿਨ ਕੋ ਪ੍ਰਾਪਤ ਉਤਮ ਧਾਮ। ਉਹਨਾਂ ਸਿੱਖਾਂ ਦਾ ਨਾਮ ਸੁਣ ਕੇ ਜਿਨ੍ਹਾਂ ਨੂੰ ਉੱਤਮ ਪ੍ਰਾਪਤੀ ਹੋਈ, ਜਿਨ੍ਹਾਂ ਨੂੰ ਸੇਵਾ ਦੇ ਨਾਲ ਬਹੁਤ ਕੁਝ ਪ੍ਰਾਪਤ ਹੋਇਆ। ਸਾਨੂੰ ਕਿੱਥੋਂ ਪਤਾ ਲੱਗੇਗਾ ਗੁਰੂ ਵੱਡਾ ਹੈ, ਪਰਮਾਤਮਾ ਵੱਡਾ ਹੈ, ਕਿੱਥੋਂ ਪਤਾ ਲੱਗੇਗਾ? ਆਪ ਜੀ ਸਾਰੇ ਬੈਠੇ ਹੋ, ਮੈਂ ਕਹੀ ਜਾਵਾਂ ਪਰਮਾਤਮਾ ਬੜਾ ਵੱਡਾ ਹੈ, ਕਿੱਥੋਂ ਪਤਾ ਲੱਗੇਗਾ? ਉਸ ਦਾ ਪਤਾ ਲੱਗੇਗਾ ਉਸ ਦੇ ਕਲਾ, ਜੋ ਉਹਨੇ ਕਲਾ ਕਿਰਤੀਆਂ ਬਣਾਈਆਂ ਨੇ ਇਹਨਾਂ ਤੋਂ। ਬਾਹਰੀ ਤੌਰ ਤੇ ਅਸੀਂ ਮੌਸਮ ਵੇਖ ਰਹੇ ਹਾਂ, ਬਾਹਰੀ ਤੌਰ ਤੇ ਪ੍ਰਿਥਵੀ ਵੇਖਦੇ ਹਾਂ, ਕਿੰਨਾ ਜਟਲ ਤੇ ਕਿੰਨਾ ਕਲਾਤਮਕ ਢੰਗ ਦੇ ਨਾਲ ਪਰਮਾਤਮਾ ਨੇ ਦੁਨੀਆ ਬਣਾਈ ਹੈ, ਕਮਾਲ ਕੀਤੀ ਪਈ ਹੈ। ਮੈਂ ਕਈ ਵਾਰੀ ਸੋਚਦਾ ਜਿੰਨੇ ਦਰਖਤ ਨੇ ਇਹਨਾਂ ਦਾ ਰੰਗ ਹਰਾ ਹੀ ਹੈ, ਰੰਗ ਹੋਰ ਨਹੀਂ ਹੈ। ਜ਼ਿਆਦਾਤਰ ਵਨਸਪਤੀ ਦਾ ਰੰਗ ਹਰਾ ਹੈ, ਕਿਸੇ ਦਾ ਥੋੜਾ ਘੱਟ ਹੈ, ਕਿਸੇ ਦਾ ਜ਼ਿਆਦਾ ਹੈ। ਹੁਣ ਪਰਮਾਤਮਾ ਨੇ ਹਰਾ ਹੀ ਕਿਉਂ ਬਣਾਇਆ ਹੈ? ਇਹਦੇ ਵਿੱਚ ਵੀ ਕੋਈ ਕਲਾਕ੍ਰਿਤੀ ਹੋਏਗੀ। ਪਹਿਲਾ ਬੀਜ ਹੈ, ਫਿਰ ਉਤੋਂ ਥੋੜਾ ਫੁੱਲ ਬਣਦਾ ਹੈ, ਫਿਰ ਫਲ ਬਣਦਾ ਹੈ। ਐਸਾ ਕਿਉਂ ਹੈ? ਉਹਨੇ ਪਾਣੀ ਬਣਾਇਆ, ਹਵਾ ਬਣਾਈ, ਐਵੇਂ ਹਵਾ ਚੱਲੇ ਕਰੇਗੀ, ਮਨੁੱਖ ਜੀਣ ਕਰਨਗੇ। ਜੇ ਕੁਝ ਮਨੁੱਖ ਗੰਦੇ ਹੋ ਜਾਣਗੇ, ਹਵਾ ਆਪਣੇ ਆਪ ਹੀ ਮੈਲੀ ਕਰ ਲੈਣਗੇ, ਉਹ ਮਾੜੀ ਹਵਾ ਵੀ ਇਹਨਾਂ ਅੰਦਰ ਜਾਏ ਕਰੇਗੀ। ਰੱਬ ਨੇ ਹਵਾ ਮੈਲੀ ਨਹੀਂ ਕੀਤੀ ਹੈ, ਹਵਾ ਨੂੰ ਮੈਲਾ ਕੀਤਾ ਹੈ ਮਨੁੱਖ ਦੇ ਲੋਭ ਨੇ। ਦੁਨੀਆ ਮੈਲੀ ਨਹੀਂ ਹੋਈ ਹੈ, ਰੱਬ ਨੇ ਚੰਗੀ ਬਣਾਈ ਹੈ, ਇਹਦੇ ਕੋਈ ਮਾੜਾ ਨਹੀਂ ਉਹਨੇ ਬਣਾਇਆ। ਇਹਨੂੰ ਮੈਲਾ ਬਣਾਇਆ ਮਨੁੱਖ ਦੇ ਹੰਕਾਰ ਨੇ। ਲੋਭ ਵੱਧਦਾ ਗਿਆ, ਲੋਭ ਦੇ ਵਿੱਚ ਆ ਕੇ
ਆ ਪ੍ਰਦੂਸ਼ਣ ਦੀਆਂ ਕੋਈ ਇਹਨਾਂ ਜਿਹੜੇ ਕ੍ਰਾਈਟੇਰੀਆ ਬਣਾਏ ਜਾਂਦੇ ਨੇ ਕੋਈ ਪਾਲਣਾ ਨਹੀਂ ਕੀਤੀ। ਲੱਖਾਂ ਵਾਰੀ ਮੈਂ ਵੇਖਦਾ ਹਾਂ ਪਾਣੀ ਨੂੰ ਦੂਸ਼ਿਤ ਕਰ ਰਿਹਾ ਕੌਣ ਕਰ ਰਿਹਾ? ਮਨੁੱਖ। ਉਹਨੇ ਮਾੜਾ ਪਾਣੀ ਨਹੀਂ ਬਣਾਇਆ। ਅੱਜ ਤੋਂ ਕੋਈ 100 ਸਾਲ ਪਹਿਲਾਂ ਲੋਕ ਨਦੀਆਂ ਦੇ ਵਿੱਚੋਂ ਪਾਣੀ ਪੀ ਲੈਂਦੇ ਸਨ। ਇਹ ਸਭ ਕੁਝ ਮੈਲਾ ਕਰ ਰਿਹਾ ਮਨੁੱਖ। ਉਸ ਦੀਆਂ ਜਿਹੜੀਆਂ ਕਲਾ ਕਿਰਤੀਆਂ ਨੇ ਉਹਦਾ ਪਤਾ ਇੱਥੋਂ ਲੱਗਦਾ ਹੈ। ਦੂਜਾ ਪਰਮਾਤਮਾ ਦਾ ਪਤਾ ਲੱਗਦਾ ਜਿਨ੍ਹਾਂ ਨੇ ਉਹਨੂੰ ਧਿਆਇਆ, ਜਿਨ੍ਹਾਂ ਨੇ ਉਹਦਾ ਨਾਮ ਜਪਿਆ। ਜਿਨ੍ਹਾਂ ਨੇ ਵੀ ਨਾਮ ਜਪਿਆ, ਜਿਵੇਂ ਜਿਵੇਂ ਉਹਨਾਂ ਨੇ ਨਾਮ ਜਪਦੇ ਰਹੇ ਪਰਮਾਤਮਾ ਉਹਨਾਂ ਦੇ ਕਾਰਜ ਸਵਾਰਦਾ ਰਿਹਾ। ਸਾਨੂੰ ਭਗਤਾਂ ਦੀਆਂ ਜੀਵਨੀਆਂ ਚੋਂ ਪਤਾ ਲੱਗਦਾ ਹੈ। ਕਈ ਬਾਣੀ ਨੇ ਕਿਹਾ ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰੂ ਤੁਮਰੇ ਕਾਜ ਸਵਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ। ਸਾਡੇ ਕੋਲ ਹਜ਼ਾਰਾਂ ਹੀ ਸਾਖੀਆਂ ਨੇ ਦੁਨੀਆ ਦੇ ਇਤਿਹਾਸ 'ਚ ਜਿੱਥੇ ਪਰਮਾਤਮਾ ਨੇ ਭਗਤਾਂ ਦੀ ਪੈਜ ਰੱਖੀ, ਹਜ਼ਾਰਾਂ ਹੀ। ਮੈਂ ਇਹ ਵੀ ਕਹਿ ਦਿਆਂ ਗਿਣਤੀ ਨਹੀਂ ਹੈ, ਲੱਖਾਂ ਹੀ ਐਸੇ ਜੀਵਨ ਨੇ ਜਿਨ੍ਹਾਂ ਦੀ ਗਿਣਤੀ ਨਹੀਂ। ਫਿਰ ਜਦੋਂ ਉਹਨਾਂ ਨੂੰ ਅਸੀਂ ਪੜ੍ਹਦੇ ਹਾਂ ਸਾਡੇ ਅੰਦਰ ਉਤਸ਼ਾਹ ਪੈਦਾ ਹੁੰਦਾ ਹੈ। ਜੇ ਪਰਮਾਤਮਾ ਉਹਨਾਂ ਦੇ ਕਾਰਜ ਸਵਾਰ ਸਕਦਾ ਸਾਡੇ ਵੀ ਸਵਾਰੇਗਾ। ਫਿਰ ਜਦੋਂ ਰੋਜ਼-ਰੋਜ਼ ਅਸੀਂ ਇਸ ਇਤਿਹਾਸ ਨੂੰ ਸੁਣਦੇ ਹਾਂ, ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਦਿਲ ਵਿੱਚ ਚਾਹ ਪੈਦਾ ਹੁੰਦਾ ਹੈ, ਮਨ ਦੁਬਾਰਾ ਉਮਾਹਾ ਪੈਦਾ ਕਰਦਾ ਹੈ। ਜਿਵੇਂ ਕੋਈ ਮਨੁੱਖ ਇੱਕ ਬਿਜ਼ਨਸ ਤੇ ਲੱਗਾ ਹੋਏ ਨਾ, ਉਸ ਤੋਂ ਉਹਨੂੰ ਬੜਾ ਫਾਇਦਾ ਹੋਇਆ। ਬੰਦ ਕਰਾ ਦੇ ਮਾੜਾ ਜਿਹਾ। ਉਸ ਤੋਂ ਉਹਨੂੰ ਬੜਾ ਫਾਇਦਾ ਹੋ ਜਾਂਦਾ ਹੈ। ਦੂਜੇ ਵੀ ਕਹਿੰਦੇ ਨੇ ਇਹ ਬਿਜ਼ਨਸ ਅਸੀਂ ਵੀ ਸ਼ੁਰੂ ਕਰ ਲੈਂਦੇ ਹਾਂ ਕਿ ਇਹਨੂੰ ਬੜਾ ਫਾਇਦਾ ਹੋ ਗਿਆ। ਇੱਕ ਮਨੁੱਖ ਨੇ ਨਾਮ ਜਪਿਆ, ਉਹ ਤੋਂ ਫਾਇਦਾ ਵੇਖ ਕੇ ਦੂਜੇ ਵੀ ਲੱਗ ਪਏ। ਚੰਗੀ ਗੱਲ ਹੈ, ਚੰਗੇ ਬੰਨੇ ਲੱਗੇ। ਭਗਤ ਧੰਨਾ ਜੀ ਕਹਿੰਦੇ ਨੇ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਹੁਣ ਕਾਰਜ ਇਕੱਲੇ ਇਹ ਨਹੀਂ ਦੁਨਿਆਵੀ ਕਾਰਜ, ਇਹ ਵੀ ਮਤ ਸਮਝ ਲੈਣਾ। ਕਾਰਜਾਂ ਦਾ ਮਤਲਬ ਇਹ ਹੀ ਨਹੀਂ ਹੈ ਪਰਮਾਤਮਾ ਧਨ ਦੇਈ ਜਾਏਗਾ। ਧਨ ਤੇ ਉਹ ਵੀ ਲਈ ਫਿਰਦੇ ਨੇ ਜਿਹੜੇ ਰੱਬ ਦਾ ਨਾਂ ਕਦੇ ਵੀ ਨਹੀਂ ਲੈਂਦੇ, ਉਹਨਾਂ ਦੀ ਪ੍ਰਲਬਧ ਹੈ ਆਪਣੀ। ਕਾਰਜ ਦਾ ਮਤਲਬ ਇਹ ਹੈ ਮਨ ਦੇ ਵਿੱਚ ਸ਼ਾਂਤੀ ਪੈਦਾ ਹੁੰਦੀ ਹੈ, ਗਿਆਨ ਮਿਲ ਜਾਂਦਾ ਹੈ। ਮੈਂ ਅੱਜ ਸਵੇਰੇ ਵੀ ਕਹਿ ਰਿਹਾ, ਸੰਗਤ ਨੂੰ ਹੁਣੇ ਕਹਿ ਰਿਹਾ ਸੀ, ਜਦੋਂ ਅਸੀਂ ਅਰਦਾਸ ਕਰਦੇ ਹਾਂ ਨਾ ਉਹਦੇ ਵਿੱਚ 7-8 ਦਾਨਾਂ ਦਾ ਜ਼ਿਕਰ ਕਰਦੇ ਹਾਂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ। ਕਿਤੇ ਇਹ ਨਹੀਂ ਕਿ ਸਿੱਖਾਂ ਨੂੰ ਧਨ ਦਾਨ ਦਿਓ, ਇਹ ਨਹੀਂ ਗਈ ਗੱਲ ਕਹੀ। ਕਿਤੇ ਇਹ ਵੀ ਨਹੀਂ ਕਿਹਾ ਸਿੱਖਾਂ ਨੂੰ ਧਨ ਦਾ ਦਾਨ ਦਿਓ, ਇਹ ਨਹੀਂ ਕਿਹਾ। ਪਦਾਰਥਾਂ ਦਾ ਦਾਨ ਦਿਓ, ਇਹ ਵੀ ਨਹੀਂ ਕਿਹਾ। ਕਾਰਨ ਕੀ? ਜਿਨ੍ਹਾਂ ਨੇ ਇਹ ਇਤਿਹਾਸ ਨੂੰ, ਇਹਨੂੰ ਅਰਦਾਸ ਨੂੰ ਬਣਾਇਆ, ਉਹਨਾਂ ਨੂੰ ਪਤਾ ਹੈ ਜਿੱਥੇ 8 ਚੀਜ਼ਾਂ ਹੋਣਗੀਆਂ ਉੱਥੇ ਧਨ ਦੀ ਵੈਸੇ ਹੀ ਕਮੀ ਨਹੀਂ ਹੋਣੀ। ਜਿੱਥੇ ਨਾਮਦਾਨ ਆ ਗਿਆ ਉੱਥੇ ਧਨ ਦੀ ਕਮੀ ਹੈ। ਉਹਨੂੰ ਪਤਾ ਲੱਗ ਜਾਣਾ ਮੇਰੀਆਂ ਜ਼ਰੂਰਤਾਂ ਕਿੰਨੀਆਂ ਨੇ। ਪਰਮਾਤਮਾ ਦਾ ਭਗਤ ਆਪਣੀਆਂ ਜ਼ਰੂਰਤਾਂ ਵਿੱਚ ਜਿੰਦਾ ਹੈ, ਇੱਛਾਵਾਂ ਵਿੱਚ ਨਹੀਂ ਜਿੰਦਾ। ਮਨਮੁਖ ਮਨੁੱਖ ਇੱਛਾਵਾਂ ਵਿੱਚ ਜਿੰਦੇ ਨੇ, ਪਰਮਾਤਮਾ ਦੇ ਭਗਤ ਜ਼ਰੂਰਤਾਂ ਵਿੱਚ ਜਿੰਦੇ ਨੇ। ਜ਼ਰੂਰਤਾਂ ਸਭ ਦੀਆਂ ਪੂਰੀਆਂ ਹੋ ਜਾਂਦੀਆਂ ਨੇ, ਇੱਛਾਵਾਂ ਦਾ ਤੇ ਇੱਕ ਪ੍ਰਵਾਹ ਹੈ। ਇੱਕ ਪੂਰੀ ਹੁੰਦੀ ਹੈ, 20 ਇੱਛਾਵਾਂ ਨਵੀਆਂ ਆ ਜਾਂਦੀਆਂ ਨੇ। ਹੁਣ ਉਹ 20 ਪੂਰੀਆਂ ਹੋ ਜਾਣ, 40 ਹੋਰ ਆ ਜਾਣਗੀਆਂ। 40 ਪੂਰੀ ਹੋ ਜਾਣ, 90 ਆ ਜਾਣਗੀਆਂ। ਹੁਣ ਇਹ 90 ਵੀ ਪੂਰੀਆਂ ਹੋ ਜਾਣ, ਇੰਨਾ ਜੀਵਨ ਹੀ ਨਹੀਂ ਹੈ, ਵਿੱਚ ਹੀ ਰਹਿ ਜਾਂਦੀਆਂ ਨੇ ਇੱਛਾਵਾਂ। ਮਨ ਕੀ ਮਨ ਹੀ ਮਾਹੇ ਰਹੀ, ਮਨ ਦੀਆਂ ਮਨ ਵਿੱਚ ਹੀ ਰਹਿ ਜਾਂਦੀਆਂ ਨੇ, ਪੂਰੀਆਂ ਨਹੀਂ ਹੁੰਦੀਆਂ। ਇਹ ਗੱਲ ਨਹੀਂ ਪਰਮਾਤਮਾ, ਮੈਂ ਤੇ ਆਪ ਜੀ ਦੇ ਸਾਹਮਣੇ ਪਹਿਲਾਂ ਵੀ ਬੇਨਤੀ ਕੀਤੀ, ਇੱਛਾਵਾਂ ਤੇ ਉਹ ਪੂਰੀਆਂ ਕਰਦਾ ਹੈ, ਉਹ ਤੇ ਕਰਦਾ ਰਹੇਗਾ। ਤੂੰ ਮੰਗੀ ਚੱਲ ਉਹਨੇ ਕਰੇ, ਦਿੰਦਾ ਦੇ ਲੈਂਦੇ ਥੱਕ ਪਾਏ, ਉਹ ਤੇ ਦਿੰਦਾ ਰਹੇਗਾ। ਪਰ ਮਨੁੱਖ ਇੱਕ ਗੱਲ ਯਾਦ ਰਹੀ, ਬੁਢੇਪੇ ਵਿੱਚ ਆ ਜਾਏਗਾ ਤੂੰ, ਉਦੋਂ ਵੀ ਇੱਛਾ ਕੋਈ ਨਾ ਕੋਈ ਦੁਨੀਆ ਦੀ ਰੱਖੇਗਾ। ਸਰੀਰ ਖਤਮ ਹੋ ਜਾਏਗਾ ਫਿਰ ਆਣਾ ਪਏਗਾ, ਕਿਉਂ? ਇੱਛਾ ਤੇ ਰਹਿ ਗਈ, ਉਹਨੇ ਪੂਰੀ ਕਰਨੀ ਹੈ। ਪੂਰੀ ਕਰਨਾ ਉਸ ਦਾ ਫਰਜ਼ ਹੈ ਤੇ ਉਹ ਜ਼ਰੂਰ ਪੂਰੀਆਂ ਕਰਦਾ ਹੈ। ਸਤਿਗੁਰੂ ਜੀ ਇਹ ਕਹਿੰਦੇ ਨੇ 7-8 ਦਾਨਾਂ ਦਾ ਜ਼ਿਕਰ ਅਰਦਾਸ ਵਿੱਚ ਆਉਂਦਾ ਹੈ। ਜਿੱਥੇ ਨਾਮਦਾਨ, ਜਿੱਥੇ ਗੁਰਸਿੱਖੀ ਦਾਨ ਆ ਜਾਂਦਾ ਹੈ, ਯਾਦ ਰੱਖਣਾ ਉੱਥੇ ਧਨ ਦਾ, ਜ਼ਰੂਰਤਾਂ ਦਾ ਪਤਾ ਲੱਗ ਜਾਂਦਾ। ਜਿਵੇਂ ਭਗਤ ਰਵਿਦਾਸ ਜੀ ਨਾ ਆਪਣੇ ਘਰ ਵਿੱਚ ਰਹਿੰਦੇ ਸੀ, ਇੱਕ ਕੋਈ ਅਮੀਰ ਮਨੁੱਖ ਆਇਆ, ਉਹਨਾਂ ਨੂੰ ਪਾਰਸ ਪੱਥਰ ਦੇ ਗਿਆ।
ਉਹ ਆਪਣੀ ਝੁੱਗੀ ਦੇ ਵਿੱਚ ਰਹਿੰਦੇ ਹੁੰਦੇ ਸੀ। ਪਾਰਸ ਪੱਥਰ ਦੇ ਗਿਆ। ਪਾਰਸ ਐਸੀ ਧਾਤ ਹੈ ਜੇ ਉਹਦੇ ਨਾਲ ਲੋਹੇ ਨੂੰ ਛੁਹਾਈਏ ਤੇ ਕੰਚਨ ਬਣ ਜਾਂਦੀ ਹੈ, ਸੋਨਾ। ਦੇ ਗਿਆ 2-4 ਸਾਲ 50 ਸਾਲ ਮੁੜਿਆ ਹੀ ਨਾ। 5-7 ਸਾਲਾਂ ਬਾਅਦ ਫੇਰ ਆਇਆ। ਸੋਚਦਾ ਸੀ ਵੀ ਹੁਣ ਤੇ ਕਬੀਰ ਦੇ ਮਹਿਲ ਪੈ ਗਏ ਹੋਣਗੇ। ਜਾ ਕੇ ਵੇਖਣਾ ਤੇ ਹਾਂ, ਆਇਆ ਕਬੀਰ ਸਾਹਿਬ ਦੇ ਕੋਲ, ਆਇਆ ਭਗਤ ਰਵਿਦਾਸ ਜੀ ਦੇ ਕੋਲ, ਫਿਰ ਆਇਆ। ਭਗਤ ਰਵਿਦਾਸ ਜੀ ਨੂੰ ਕਹਿੰਦਾ ਵੀ ਤੁਹਾਨੂੰ ਪਾਰਸ ਦੇ ਕੇ ਗਿਆ ਸੀ, ਕਿੱਥੇ ਹੈ? ਕਹਿੰਦੇ ਉਹ ਰੱਖਿਆ ਹੈ ਪਰਾਂ। ਕਹਿੰਦੇ ਤੁਸੀਂ ਸੋਨਾ ਨਹੀਂ ਬਣਾਇਆ ਇਸ ਤੋਂ? ਕਹਿੰਦੇ ਨਹੀਂ ਭਾਈ, ਮੇਰੀਆਂ ਜ਼ਰੂਰਤਾਂ ਹੀ ਬੜੀਆਂ ਸੀਮਤ ਨੇ, ਕੀ ਕਰਾਂਗਾ ਇੰਨਾ ਬਣਾ ਕੇ, ਕਿੱਥੇ ਸੁੱਟ ਕੇ ਜਾਣਾ ਹੈ? ਅੰਤ ਨੂੰ ਤੇ ਇੱਥੋਂ ਦੁਨੀਆ ਤੋਂ ਚੱਲ ਪੈਣਾ ਹੈ। ਫਿਰ ਮਨੁੱਖ ਸੋਚਦਾ ਚਲੋ ਮੈਂ ਤੇ ਜਾਣਾ ਹੈ, ਪੁੱਤਰ ਧੀਆਂ ਤੇ ਨਹੀਂ ਨਾ ਜਾਣਾ, ਪੁੱਤਰ ਧੀ ਤੇ ਇੱਥੇ ਹੀ ਰਹਿਣਗੇ। ਬਾਣੀ ਕਹਿੰਦੀ ਹੈ ਯਾਦ ਰੱਖੀ ਜਿੱਦਣ ਤੂੰ ਚਲਾ ਗਿਆ, ਕੌਣ ਪੁੱਤਰ ਕੌਣ ਧੀਆਂ ਕੋਈ ਪਤਾ ਨਹੀਂ, ਪ੍ਰਾਣ ਗਏ ਉਹ ਕਾਕੀ ਮਾਇਆ। ਜਿਸ ਦਿਨ ਪ੍ਰਾਣ ਚਲੇ ਜਾਣਗੇ ਉਸ ਦਿਨ ਪਿੱਛੋਂ ਤੇਰੇ ਪਰਿਵਾਰ ਨਾਲ ਕੀ ਹੋਣਾ ਹੈ ਕੀ ਨਹੀਂ ਹੋਣਾ ਇਹ ਕੋਈ ਪੱਕਾ ਥੋੜੀ ਨਾ ਹੈ। ਜਿੰਨਾ ਤੂੰ ਜਮ੍ਹਾਂ ਕਰਕੇ ਦੇ ਕੇ ਜਾਏਗਾ ਉਹ ਸਦਾ ਹੀ ਬਣਿਆ ਰਹੇਗਾ, ਤਾਂ ਸਾਰੇ ਹੀ ਖਤਮ ਹੋ ਜਾਏ। ਇਹ ਕੀ ਪਤਾ ਹੈ? ਇਹ ਵੀ ਕੋਈ ਪਤਾ ਨਹੀਂ। ਕੁਛ ਨਾ ਦੇ ਕੇ ਜਾਈਏ ਤੇ ਪਿੱਛੋਂ ਵੱਡੇ ਮਹੱਲ ਪੈ ਲੈਣ, ਇਹ ਕੀ ਪਤਾ ਹੈ? ਨਾਲੇ ਕੋਈ ਮਨੁੱਖ ਦੁਨੀਆ ਦਾ ਕਰਤਾ ਪੁਰਖ ਥੋੜੀ ਨਾ ਹੈ ਵੀ ਇਹਨੂੰ ਪਰਿਵਾਰਾਂ ਦੀ ਵੀ ਚਿੰਤਾ ਹੋਏ। ਚਿੰਤਾ ਉਹ ਕਰੇ ਜਿਹਨੇ ਦੁਨੀਆ ਚਲਾਉਣੀ ਹੈ। ਮਨੁੱਖ ਕਿਉਂ ਚਿੰਤਾ ਕਰੇ? ਚਿੰਤਾ ਤੇ ਉਹ ਕਰੇਗਾ ਜਿਹਨੇ ਬਣਾਈ ਹੈ ਦੁਨੀਆ, ਉਹ ਕਰੇ ਨਾ ਕਰੇ। ਅਸੀਂ ਕਿਸੇ ਦੇ ਭੇਜੇ ਹੋਏ ਇੱਥੇ ਆਏ ਹਾਂ। ਬਾਣੀ ਕਹਿੰਦੀ ਘੱਲੇ ਆਵ ਹੈ ਨਾਨਕਾ, ਕਿਸੇ ਨੇ ਘੱਲਿਆ ਤਾਂ ਆਏ ਹਾਂ ਅਸੀਂ ਇੱਥੇ, ਤੇ ਅਸੀਂ ਪ੍ਰਾਹੁਣੇ ਬਣ ਕੇ ਆਏ ਹਾਂ। ਅਸੀਂ ਇਹ ਦੁਨੀਆ ਤੇ ਪ੍ਰਾਹੁਣੇ ਹਾਂ। ਬਾਣੀ ਕਹਿੰਦੀ ਜੈਸੇ ਰਹਿਣ ਪ੍ਰਾਹੁਣੇ, ਅਸੀਂ ਪ੍ਰਾਹੁਣੇ ਹਾਂ ਇੱਥੇ। ਤੇ ਕਦੀ ਵੇਖਣਾ ਜਿਹੜੇ ਪ੍ਰਾਹੁਣੇ ਹੁੰਦੇ ਨਾ ਕਿਸੇ ਘਰ ਜਾਣ, ਰੋਟੀ ਪਾਣੀ ਅਗਲਾ ਕਰਦਾ, ਪ੍ਰਾਹੁਣਾ ਤੇ ਆਰਾਮ ਨਾਲ ਬੈਠ ਕੇ ਛਕਦਾ ਹੈ ਬਸ ਆਨੰਦ ਨਾਲ। ਹੁਣ ਜੋ ਕੁਝ ਮਰਜ਼ੀ ਅਗਲਾ ਖਵਾ ਦੇ, ਕਹਿੰਦਾ ਬਹੁਤ ਵਧੀਆ ਬਣਿਆ, ਸਾਰਾ ਕੁਝ ਹੀ ਠੀਕ ਹੈ। ਹੁਣ ਪ੍ਰਾਹੁਣਾ ਉੱਥੇ ਕਹੇ ਵੀ ਸਾਰੇ ਘਰ ਦੇ ਦੂਰ ਹੋ ਜਾਓ, ਮੈਂ ਰੋਟੀ ਪਾਣੀ ਬਣਾਉਣਾ, ਕਹਿੰਦੇ ਭਾਈ ਜੀ ਤੁਸੀਂ ਬੈਠੋ, 2 ਦਿਨ ਤੁਸੀਂ ਰਹਿਣਾ ਹੈ, ਲੰਗਰ ਪਾਣੀ ਛਕੋ, ਤੁਸੀਂ ਕਿਉਂ ਚਿੰਤਾ ਕਰਦੇ ਹੋ? ਅਸੀਂ ਹੈਗੇ ਆ ਨਾ। ਬਾਣੀ ਕਹਿੰਦੀ ਪ੍ਰਮਾਤਮਾ ਵੀ ਇਵੇਂ ਕਹਿੰਦਾ, ਭਾਈ ਤੂੰ ਕਿਉਂ ਚਿੰਤਾ ਕਰਦਾ, ਮੈਂ ਹੈਗਾ ਨਾ, ਤੂੰ ਕਿਉਂ ਚਿੰਤਾ ਲਈ ਬੈਠਾ ਹੈ? ਕਾਹੇ ਰੇ ਮਨ ਚਿਤਵੈ ਉਦਮ, ਜਾਂ ਆਹਰ ਹਰ ਜੀਓ ਪਰਿਆ। ਆਹਰ ਦਾ ਮਤਲਬ ਹੁੰਦਾ ਹੈ ਉਦਮਾਂ ਦੇ ਵਿੱਚ। ਮਹਾਰਾਜ ਬਾਣੀ 'ਚ ਕਹਿੰਦੇ ਨੇ ਵੀ ਪਰਮਾਤਮਾ ਕਹਿੰਦਾ ਹੈ ਮਨੁੱਖ ਤੂੰ ਕਿਉਂ ਚਿੰਤਾ ਕਰਦਾ, ਮੈਂ ਹੈਗਾ ਨਾ, ਮੈਨੂੰ ਫਿਕਰ ਨਹੀਂ, ਮੈਂ ਕੋਈ ਅਵੇਸਲਾ ਹਾਂ? ਕਿ ਪਰਮਾਤਮਾ ਲਾਪਰਵਾਹ ਹੈ, ਉਹਨੂੰ ਪਤਾ ਨਹੀਂ ਦੁਨੀਆ ਕਿਵੇਂ ਚੱਲਣੀ ਹੈ? ਉਹ ਸਾਰੇ ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ। ਉਹ ਆਪ ਹੀ ਸਾਰੇ ਰੰਗਾਂ ਦੇ ਵਿੱਚ ਸਾਡੇ ਕੋਲ ਕੰਮ ਕਰਾਈ ਜਾਂਦਾ ਹੈ। ਆਪ ਹੀ ਪੁੱਤਰ ਬਣ ਕੇ ਆਇਆ ਹੈ, ਆਪ ਹੀ ਧੀਆਂ ਬਣ ਕੇ ਆਇਆ ਹੈ। ਉਹ ਸਾਰਾ ਕੁਝ ਆਪ ਹੀ ਕਰੀ ਜਾਂਦਾ ਹੈ। ਮਨੁੱਖ ਦੀਆਂ ਵਿਅਰਥ ਦੀਆਂ ਚਿੰਤਾਵਾਂ ਇਸ ਨੂੰ ਲਗਾਤਾਰ ਹੀ ਪਰੇਸ਼ਾਨ ਰੱਖਦੀਆਂ ਹਨ। ਗਿਆਨਵਾਨ ਪੂਰਨ ਪਦ ਪਾਇਓ, ਜਿਨ ਸੀਖਨ ਸਤਿਗੁਰੂ ਰਿਝਾਇਓ। ਸਰੋਤੇ ਕਹਿਣ ਲੱਗੇ ਕਵੀ ਸੰਤੋਖ ਸਿੰਘ ਜੀ ਨੂੰ, ਕਹਿੰਦੇ ਕਵੀ ਜੀ ਜਿਹੜੇ ਗਿਆਨਵਾਨ ਸਨ, ਜਿਨ੍ਹਾਂ ਨੇ ਬੜੀ ਬੰਦਗੀ ਕਰਕੇ ਸਤਿਗੁਰੂ ਜੀ ਮਹਾਰਾਜ ਨੂੰ ਖੁਸ਼ ਕੀਤਾ ਹੈ, ਤਿਨ ਕੀ ਕਰੋ ਵਾਰਤਾ ਸਾਰੀ, ਜੇ ਜੇ ਭਏ ਪਰਮ ਉਪਕਾਰੀ। ਕਹਿਣ ਲੱਗੇ ਸਾਨੂੰ ਉਹਨਾਂ ਦੀਆਂ ਗੱਲਾਂ ਸੁਣਾਓ ਜਿਹੜੇ ਦੁਨੀਆ ਤੇ ਪਰਉਪਕਾਰੀ ਬਣ ਕੇ ਗਏ ਨੇ, ਜਿਹੜੇ ਦੁਨੀਆ ਵਿੱਚ ਰਹੇ, ਇਹ ਲੋਕ ਵਿੱਚ ਵੀ ਸੁਖੀ ਰਹੇ ਪਰ ਲੋਕ ਵਿੱਚ ਵੀ ਸੁਹੇਲੇ ਰਹੇ। ਉਹਨਾਂ ਦੀਆਂ ਗੱਲਾਂ ਨਾ ਸੁਣਾਉਣਾ ਜਿਹੜੇ ਇੱਥੇ ਤੇ ਸੁਹੇਲੇ ਲੱਗਦੇ ਨੇ ਪਰ ਇੱਥੇ ਵੀ ਫਸੇ ਹੋਏ ਨੇ। ਕਹਿੰਦੇ ਇਸ ਕਰਕੇ ਸਾਨੂੰ ਉਹਨਾਂ ਦੀਆਂ ਗੱਲਾਂ ਸੁਣਾਓ ਜਿਨ੍ਹਾਂ ਦਾ ਲੋਕ ਵੀ ਸੁਖੀ ਹੈ ਤੇ ਪਰਲੋਕ ਵੀ ਸੁਖੀ ਹੈ। ਜੇ ਜੇ ਨਾਮੀ ਸਿੱਖਿਆ ਸੁਜਾਨੇ, ਤਿਨ ਕੇ ਕਹੋ ਪ੍ਰਸੰਗ ਮਹਾਨੇ। ਜਿਹੜੇ ਜਿਹੜੇ ਨਾਮੀ ਸਿੱਖ ਹੋਏ ਨੇ, ਮਸ਼ਹੂਰ ਹੋਏ ਨੇ, ਉਹਨਾਂ ਦੇ ਜਿਹੜੇ ਪ੍ਰਸੰਗ ਨੇ ਸਾਨੂੰ ਸੁਣਾਉਣਾ ਕਰੋ। ਜਿਸ ਪ੍ਰਕਾਰ ਸੇਵਾ ਗੁਰ ਕੀਨਸ, ਮਿਲ ਕਰ ਜਥਾ ਪਰਮ ਪਦ ਲੀਨਸ। ਸਾਨੂੰ ਉਹਨਾਂ ਬਾਰੇ ਦੱਸਣਾ ਕਰੋ
ਜਿਵੇਂ ਉਹ ਗੁਰੂ ਜੀ ਦੇ ਕੋਲ ਆਏ ਕਿਵੇਂ ਸੇਵਾ ਕੀਤੀ। ਕਹਿੰਦੇ ਜਾਏ ਪੁੱਛੋ ਸੁਹਾਗਣੀ ਵਾਹ ਹੈ, ਕਿੰਨੀ ਬਾਤੀ ਸੋ ਪਾਈਐ। ਜੇ ਅਸੀਂ ਪੁੱਛਣਾ ਹੀ ਹੈ ਕਿਸੇ ਨੂੰ, ਜੇ ਕਿਸੇ ਕੋਲ ਧਨ ਬਹੁਤਾ ਹੈ ਉਹਨੂੰ ਹੀ ਪੁੱਛਾਂਗੇ ਨਾ ਬਈ ਧਨ ਕਿਵੇਂ ਕਮਾਇਆ ਜਾਂਦਾ ਹੈ। ਜਿਹਦੇ ਕੋਲ ਧਰਮ ਬੜਾ ਹੈ ਨਾ ਉਹਨੂੰ ਹੀ ਪੁੱਛਾਂਗੇ ਧਰਮ ਕਿਵੇਂ ਕਮਾਇਆ ਜਾਂਦਾ ਹੈ। ਜਿਹਦੇ ਨੇ ਰੱਬ ਨੂੰ ਖੁਸ਼ ਕੀਤਾ ਹੈ ਉਹਨੂੰ ਹੀ ਪਤਾ ਕਰਨਾ ਪਏਗਾ ਰੱਬ ਖੁਸ਼ ਕਿਵੇਂ ਹੁੰਦਾ ਹੈ। ਉਹਨੂੰ ਹੀ ਪਤਾ ਕਰਨਾ ਪਏਗਾ ਪਰਮਾਤਮਾ ਕਿਵੇਂ ਖੁਸ਼ ਹੁੰਦਾ ਹੈ। ਜਦੋਂ ਅਸੀਂ ਖੁਸ਼ ਕਰਨ ਦੀ ਗੱਲ ਵਿੱਚ ਆਉਂਦੇ ਹਾਂ ਨਾ, ਮੈਨੂੰ ਬੜੀ ਵਾਰੀ ਜ਼ਿਕਰ ਆਉਂਦਾ ਹੈ ਭਗਤ ਫਰੀਦ ਸਾਹਿਬ ਜੀ ਦਾ। ਭਗਤ ਫਰੀਦ ਸਾਹਿਬ ਐਸੇ ਮੁਰਸ਼ਦ ਹੋਏ ਨੇ, ਫਰੀਦ ਸਾਹਿਬ ਐਸੇ ਚੇਲੇ ਹੋਏ ਨੇ ਜਿਨ੍ਹਾਂ ਨੇ ਆਪਣੇ ਮੁਰਸ਼ਦ ਨੂੰ ਬੜੇ ਪਿਆਰ ਦੇ ਨਾਲ ਖੁਸ਼ ਕੀਤਾ। ਉਹਨਾਂ ਦੇ ਗੁਰੂ ਸਨ ਬਖਤਿਆਰ ਕਾਕੀ, ਦਿੱਲੀ ਦੇ ਰਹਿਣ ਵਾਲੇ। ਜਦੋਂ ਆਪਣੇ ਗੁਰੂ ਦੇ ਕੋਲ ਗਏ, ਲਗਾਤਾਰ ਸੇਵਾਵਾਂ ਕਰਦੇ ਰਹੇ, ਭਾਵੇਂ ਰਿੱਧੀਆਂ ਸਿੱਧੀਆਂ ਆ ਗਈਆਂ ਸੀ, ਗੁਰੂ ਨਹੀਂ ਸੀ ਮਿਲਿਆ। ਗਏ ਗੁਰੂ ਦੇ ਕੋਲ, ਲਗਾਤਾਰ ਸੇਵਾ ਕੀਤੀ, ਕਈ ਸਾਲ ਕੀਤੀ। ਇੱਕ ਦਿਨ ਗੁਰੂ ਸੋਚਦਾ ਹੈ ਸੇਵਾ ਤੇ ਇਹਨੇ ਕਰ ਲਈ ਹੈ, ਚਲੋ ਵੇਖੀਏ ਤੇ ਸਹੀ ਵੀ ਕਿੱਥੋਂ ਤਾਈਂ ਪਹੁੰਚ ਗਿਆ ਹੈ। ਬੜੀ ਹਨੇਰੀ ਚੱਲੀ, ਕਿਤੇ ਵੀ ਅੱਗ ਨਾ ਬਲੇ, ਤੇ ਸਵੇਰੇ ਆਪਣੇ ਗੁਰੂ ਨੂੰ ਇਸ਼ਨਾਨ ਕਰਾਉਂਦੇ ਹੁੰਦੇ ਸੀ ਪਾਣੀ ਗਰਮ ਕਰਕੇ। ਪਹਿਲੇ ਸਮਿਆਂ 'ਚ ਸਾਧਨ ਨਹੀਂ ਸੀ। ਸੋਚਿਆ ਅੱਗ ਲੈ ਕੇ ਆਵਾਂ, ਗੁਰੂ ਸਾਹਿਬ ਨੂੰ ਇਸ਼ਨਾਨ ਕਰਾਉਣਾ ਹੈ। ਫਰੀਦ ਸਾਹਿਬ ਤੁਰੇ ਗਏ ਲੱਕੜਾਂ ਲੈਣ ਲਈ, ਅੱਗ ਲੈਣ ਲਈ। ਅੱਗ ਮਿਲੇ, ਲੱਕੜਾਂ ਹੈਗੀਆਂ ਸੀ ਅੱਗ ਬਾਲਾਂ। ਕਿਤੇ ਵੀ ਦੀਵਾ ਬਲਦਾ ਨਾ ਵੇਖਿਆ, ਦੂਰ ਵੇਖਿਆ ਇੱਕ ਘਰ ਵਿੱਚ ਦੀਵਾ ਬਲਦਾ ਹੈ, ਚਲੇ ਗਏ। ਉੱਥੇ ਜਾ ਕੇ ਵੇਖਿਆ ਉਹ ਘਰ ਕਿਸੇ ਵੇਸ਼ਵਾ ਦਾ ਸੀ। ਦਰਵਾਜ਼ਾ ਖੋਲ੍ਹਿਆ, ਕਹਿੰਦੇ ਭਾਈ ਅੱਗ ਚਾਹੀਦੀ ਹੈ। ਕਹਿੰਦੇ ਕੌਣ ਆਇਆ ਅੱਗ ਲੈਣ ਵਾਲਾ? ਦਰਵਾਜ਼ਾ ਖੋਲ੍ਹ ਕੇ ਅੰਦਰ ਲੈ ਗਈ। ਫਰੀਦ ਸਾਹਿਬ ਨੂੰ ਕਹਿੰਦੀ ਪੈਸੇ ਹੈਗੇ ਨੇ ਕੋਲ? ਕਹਿੰਦੇ ਨਹੀਂ। ਕਹਿੰਦੇ ਫਿਰ ਅੱਗ ਨਹੀਂ ਮਿਲਣੀ। ਇਹ ਤੇਰੇ ਕੁਛ ਦੇਏਗਾ ਤੇ ਅੱਗ ਮਿਲੇਗੀ, ਨਹੀਂ ਮਿਲਣੀ। ਫਰੀਦ ਸਾਹਿਬ ਕਹਿੰਦੇ ਮੇਰੇ ਕੋਲ ਪੈਸੇ ਨਹੀਂ, ਤੈਨੂੰ ਬਾਅਦ 'ਚ ਦੇ ਦਿਆਂਗਾ। ਕਹਿੰਦੇ ਅੱਗ ਤੇ ਚੱਲ, ਨਹੀਂ ਤੂੰ ਐਵੇਂ ਕਰ, ਆਪਣੀ ਇੱਕ ਅੱਖ ਕੱਢ ਕੇ ਦੇ ਦੇ, ਅੱਗ ਮੈਂ ਤੈਨੂੰ ਦੇ ਦਿਆਂਗਾ। ਫਰੀਦ ਸਾਹਿਬ ਦਾ ਇਤਿਹਾਸ ਦੱਸਦਾ ਹੈ, ਆਪਣੀ ਇੱਕ ਅੱਖ ਕੱਢ ਕੇ ਵੇਸ਼ਵਾ ਨੂੰ ਦੇ ਦਿੱਤੀ। ਅੱਖ ਦੇ ਉੱਤੇ ਪੱਟੀ ਬੰਨੀ ਤੇ ਅੱਗ ਲੈ ਕੇ ਗਏ, ਪਾਣੀ ਗਰਮ ਕੀਤਾ। ਸਾਧ ਸੰਗਤ, ਇੰਨੀ ਛੇਤੀ ਪ੍ਰਮਾਤਮਾ ਖੁਸ਼ ਨਹੀਂ ਹੁੰਦਾ। ਆਪ ਜੀ ਸੁਣਦੇ ਰਹਿਣਾ, ਇੱਥੋਂ ਤੇ ਹੀ ਪਹੁੰਚਣਾ ਪੈਂਦਾ ਹੈ ਜਦੋਂ ਰੱਬ ਖੁਸ਼ ਹੁੰਦਾ ਹੈ। ਤਾਂ ਹੀ ਬਾਣੀ ਕਹਿੰਦੀ ਕੋਟਨ ਮੈਂ ਕੋਊ ਨਾਨਕ ਨਾਰਾਇਣ ਜੇ ਚੀਤ। ਗੁਰੂ ਖੁਸ਼ ਹੋ ਜਾਏ, ਰੱਬ ਖੁਸ਼ ਹੋ ਜਾਏ, ਕੋਈ ਸੌਖੀਆਂ ਗੱਲਾਂ ਨਹੀਂ, ਘਾਲਣਾ ਘਾਲਣੀ ਪੈਂਦੀ ਹੈ। ਜਿਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਐਵੇਂ ਨਹੀਂ ਉਹਨਾਂ ਕਿੰਨਿਆਂ ਦਾ ਭਲਾ ਕਰ ਦਿੱਤਾ। ਪਹਿਲਾਂ ਆਪਣੇ ਆਪ ਨੂੰ ਜਪ ਤੇ ਤਪ ਦੀ ਭੱਠੀ ਵਿੱਚ ਝੋਂਕਿਆ ਹੈ, ਹੁਕਮ ਮੰਨਣ ਦੀ ਭੱਠੀ ਵਿੱਚ। ਫਰੀਦ ਸਾਹਿਬ ਗਏ, ਗੁਰੂ ਨੂੰ ਇਸ਼ਨਾਨ ਕਰਾਇਆ। ਉਹਨਾਂ ਦਾ ਗੁਰੂ ਕਹਿੰਦਾ ਹੈ ਫਰੀਦ ਤੇਰੀ ਅੱਖ ਤੇ ਕਿਉਂ ਪੱਟੀ ਬੰਨੀ ਹੈ? ਕਹਿੰਦੇ ਗੁਰੂ ਜੀ ਹੋਣਾ ਕੀ ਹੈ, ਅੱਖ ਆ ਗਈ ਹੈ। ਉਹਨਾਂ ਦਾ ਗੁਰੂ ਖੁਸ਼ ਹੋ ਕੇ ਹੁੰਦਾ ਹੈ, ਫਰੀਦ ਪੱਟੀ ਲਾ ਕੇ ਵੇਖ ਕੀ ਪਤਾ ਆ ਗਈ ਹੋਏ। ਇਹਨਾਂ ਪੱਟੀ ਲਾਈ, ਅੱਖ ਫੇਰ ਆ ਗਈ। ਗੁਰੂ ਖੁਸ਼ ਹੋ ਗਿਆ। ਜਿੰਨੀਆਂ ਪੀੜ੍ਹੀਆਂ ਅੱਜ ਤਾਈਂ ਫਰੀਦ ਸਾਹਿਬ ਦੀਆਂ ਚੱਲਦੀਆਂ ਨੇ, ਇੱਕ ਅੱਖ ਉਹਨਾਂ ਦੀ ਛੋਟੀ ਹੁੰਦੀ ਹੈ ਅੱਜ ਤਾਈਂ। ਸਾਧ ਸੰਗਤ ਖੁਸ਼ ਹੋ ਗਿਆ ਗੁਰੂ। ਜਿਸ ਦਿਨ ਸਤਿਗੁਰੂ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ। ਸਤਿਗੁਰੂ ਹੋਏ ਦਿਆਲ ਨਾ ਕਬਹੂ ਚੂਰੀ ਹੈ। ਸਤਿਗੁਰੂ ਹੋਏ ਦਿਆਲ ਤਾਂ ਜਮ ਕਾ ਡਰ ਕੇ ਹਾ। ਸਤਿਗੁਰੂ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ। ਪਰ ਇਹ ਜਿਹੜੀ ਖੁਸ਼ੀ ਹੈ ਵਿਰਲੇ ਮਨੁੱਖ ਪ੍ਰਾਪਤ ਕਰਦੇ ਨੇ। ਕਿਉਂ? ਆਪ ਗਵਾਈਐ ਤਾਂ ਸ਼ੋਹ ਪਾਈਐ, ਔਰ ਕੈਸੀ ਚਤੁਰਾਈ। ਹੋਰ ਕਿਹੜੀ ਸਿਆਣਪ ਕਿ ਗੁਰੂ ਗਿਆਨ ਦੀਆਂ ਗੱਲਾਂ ਨਾਲ ਖੁਸ਼ ਨਹੀਂ ਹੁੰਦਾ। ਗੁਰੂ ਦੇ ਸਾਹਮਣੇ ਗਿਆਨ ਦੀਆਂ ਗੱਲਾਂ ਕਰੀਏ ਨਾ, ਕਹੇਗਾ ਹਜੇ ਖਾਲੀ ਹੋਈ ਹੈ। ਮੈਂ ਕੱਲ ਵੀ ਬੇਨਤੀ ਕੀਤੀ ਸੀ, ਜਿੱਥੇ 10 ਸਿਆਣੇ ਲੋਕ ਬੈਠੇ ਹੋਣ ਨਾ, ਦਰਵਾਜ਼ਾ ਬੰਦ ਹੋਏ, ਅੰਦਰੋਂ ਆਵਾਜ਼ ਨਹੀਂ ਆਏਗੀ, ਲੱਗੇਗਾ ਇੱਕ ਹੀ ਬੈਠਾ ਹੈ। ਜਿੱਥੇ 10 ਅਣਜਾਣੇ ਮਨੁੱਖ ਬੈਠੇ ਹੋਣ, ਦਰਵਾਜ਼ਾ ਖੋਲ੍ਹਣ ਦੀ ਲੋੜ ਨਹੀਂ, ਲੱਗੇਗਾ 100 ਬੰਦੇ ਬੈਠੇ ਨੇ। ਕਿਉਂ? ਗਿਆਨੀ ਆਪਸ ਝਗੜ ਪੈਂਦੇ ਨੇ। ਬ੍ਰਹਮ ਗਿਆਨੀ ਸ਼ਾਂਤ ਹੋ ਜਾਂਦੇ ਨੇ,
ਆਪਣੇ ਅੰਦਰ ਸਥਿਤ ਹੋ ਜਾਂਦੇ ਨੇ। ਕਿਉਂਕਿ ਬਾਹਰ ਦਾ ਹਮਰਾ ਝਗੜਾ ਰਹਾ ਨਾ ਕੋ ਪੰਡਤ ਮੂਲਾ ਛਾਡੇ ਦਊ। ਸਾਡਾ ਝਗੜਾ ਹੀ ਕੋਈ ਨਹੀਂ ਰਹਿ ਗਿਆ। ਆਪਣੇ ਅੰਦਰ ਦੀ ਖੋਜ ਕਰਦੇ ਨੇ, ਆਤਮ ਦੀ ਖੋਜ ਉਹ ਲੋਕ ਕਰਨ ਲੱਗ ਪੈਂਦੇ ਹਨ। ਸੋ ਸਭ ਕਹੋ ਕਥਾ ਰਮਨੀਕਾ, ਸੁਣਤ ਪ੍ਰੀਤ ਤੇ ਜਿਮ ਹੋਏ ਨੀਕਾ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ, ਮੈਂ ਉਹ ਸਾਰੀਆਂ ਕਥਾਵਾਂ ਕਵਾਂਗਾ, ਉਹਨਾਂ ਸਾਰੇ ਸਿੱਖਾਂ ਦੇ ਪ੍ਰਸੰਗ ਅੱਗੇ ਲਿਖਾਂਗਾ ਜਿਨ੍ਹਾਂ ਦੇ ਨਾਲ ਮਨ ਵਿੱਚ ਪ੍ਰੇਮ ਪੈਦਾ ਹੋਏਗਾ, ਸ਼ਰਧਾ ਪੈਦਾ ਹੋਏਗੀ, ਪਰਮੇਸ਼ਰ ਦੇ ਮਾਰਗ ਤੇ ਮਨੁੱਖ ਚਾਹ ਨਾਲ ਤੁਰ ਪਏਗਾ। ਸਰੋਤਨ ਕੇ ਸੁਣ ਕੇ ਸਭ ਬੈਣ, ਬਕਤਾ ਭਇਓ ਪ੍ਰਫੁੱਲਤ ਨੈਣ। ਉਹਨਾਂ ਸਾਰੇ ਸਰੋਤਿਆਂ ਦੀਆਂ ਗੱਲਾਂ ਸੁਣ ਕੇ ਜਿਹੜਾ ਵਕਤਾ ਸੀ, ਕਵੀ ਸੰਤੋਖ ਸਿੰਘ ਕਹਿੰਦੇ ਮੈਂ ਖੁਸ਼ ਹੋ ਗਿਆ ਵੀ ਘੱਟੋ ਘੱਟ ਵਕਤੇ ਮੈਨੂੰ ਕਹਿ ਰਹੇ ਨੇ, ਸੁਣਨ ਵਾਲੇ ਕਹਿ ਰਹੇ ਨੇ ਸਾਨੂੰ ਇਹ ਕਥਾ ਸੁਣਾਈ ਜਾਏ। ਨਿਸ਼ਚੈ ਪ੍ਰੇਮ ਲਖਿਓ ਤੁਮ ਸਾਚੋ, ਚਿਤ ਰਾਚੋਤ ਸੁਨਨ ਉਪਾਚੋ। ਕਹਿੰਦੇ ਹਨ ਸਰੋਤਾਂ ਨੂੰ ਕਹਿਣ ਲੱਗੇ ਕਵੀ ਸੰਤੋਖ ਸਿੰਘ ਜੀ, ਕਹਿੰਦੇ ਤੁਸੀਂ ਸੱਚੇ ਸਰੋਤੇ ਹੋ, ਕਿਉਂਕਿ ਤੁਹਾਡੇ ਮਨ ਵਿੱਚ ਪ੍ਰੇਮ ਹੈ, ਤਾਂ ਹੀ ਤੇ ਤੁਸੀਂ ਕਹਿੰਦੇ ਹੋ ਇਹ ਚੀਜ਼ ਸੁਣਾ ਦਿਓ, ਤਾਂ ਹੀ ਤੇ ਤੁਸੀਂ ਕਹਿੰਦੇ ਹੋ ਉਹਦੀ ਗੱਲ ਸੁਣਾ ਦਿਓ। ਜਦੋਂ ਮਨੁੱਖ ਇਹ ਕਹਿਣ ਲੱਗ ਜਾਏ, ਬਾਣੀ ਕਹਿੰਦੀ ਹੈ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਦਾਰੋ। ਬਾਣੀ ਦੇ ਵਿੱਚ ਹੀ ਮਹਾਰਾਜ ਸਾਚੇ ਨਾਮ ਕੀ ਲਾਗੈ ਭੂਖ, ਉਤ ਭੁਖੈ ਖਾਏ ਚੱਲੀਐ ਦੂਰ। ਜਿਸ ਦਿਨ ਅੰਦਰ ਸੱਚੇ ਨਾਮ ਦੀ ਭੁੱਖ ਲੱਗਦੀ, ਰੋਟੀ ਦੀ ਭੁੱਖ ਸਾਰਿਆਂ ਨੂੰ ਲੱਗਦੀ ਹੈ, ਰੋਜ਼ ਲੱਗਦੀ ਹੈ, ਸਵੇਰੇ ਵੀ ਲੱਗਦੀ ਹੈ, ਸ਼ਾਮੀ ਵੀ ਲੱਗਦੀ, ਦੁਪਹਿਰੇ ਪਾਣੀ ਦੀ ਭੁੱਖ ਲੱਗਦੀ ਹੈ। ਕਿਤੇ ਪਰਮਾਤਮਾ ਦੇ ਨਾਲ ਮਿਲਾਪ ਦੀ ਭੁੱਖ ਲੱਗੇ, ਕਦੇ ਕਦੇ ਲੱਗਦੀ ਹੈ, ਕਿਸੇ ਕਿਸੇ ਨੂੰ ਲੱਗਦੀ ਹੈ। ਵਿਰਲੇ ਮਨੁੱਖ ਹੁੰਦੇ ਨੇ ਜਿਨ੍ਹਾਂ ਨੂੰ ਐਸੀ ਭੁੱਖ ਲੱਗਦੀ ਹੈ। ਇੱਕ ਗੱਲ ਹੋਰ ਵੀ ਵੇਖਣਾ, ਜਦੋਂ ਰੋਟੀ ਦੀ ਭੁੱਖ ਲੱਗਦੀ ਹੈ, ਰੋਟੀ ਨਾ ਮਿਲੇ, ਪਾਣੀ ਦੀ ਭੁੱਖ ਲੱਗੀ ਹੈ, 2 ਦਿਨ ਹੋ ਗਏ ਨੇ ਪਾਣੀ ਨਹੀਂ ਮਿਲ ਰਿਹਾ, ਪਾਣੀ ਨਹੀਂ ਮਿਲ ਰਿਹਾ, ਮਨੁੱਖ ਨੂੰ ਪਾਣੀ ਚਾਹੀਦਾ ਹੈ, ਫਿਰ ਇਹ ਨਹੀਂ ਵੇਖੇਗਾ ਕਿਹੜੀ ਜਾਤ ਦਾ ਪਾਣੀ ਪਿਆ ਰਿਹਾ ਹੈ। ਕਹਿੰਦਾ ਪਿਆ ਦੇ ਬਸ, ਕਿਉਂ ਮਰਨ ਵਾਲੇ ਆ, ਪਾਣੀ ਤੋਂ ਬਿਨਾਂ ਮਰ ਜਾਵਾਂਗੇ। ਫਿਰ ਇਹ ਨਹੀਂ ਵੇਖੇਗਾ ਕਿਹੜੀ ਕੌਮ ਦਾ ਮਨੁੱਖ ਪਾਣੀ ਲੈ ਕੇ ਬੈਠਾ, ਪਿਆ ਦੇ ਬਸ, ਪਾਣੀ ਦੀ ਪਿਆਸ ਹੈ। ਰੋਟੀ ਤੋਂ ਲਗਾਤਾਰ ਹੀ ਭੁੱਖੇ ਬੈਠੇ ਆ, ਕੋਈ ਆ ਕੇ ਫੜਾ ਜਾਏ ਨਾਲ ਹੀ ਖਾ ਲਵਾਂਗੇ। ਪਰ ਧਰਮ ਦੀ ਗੱਲ ਐਸੀ ਹੈ, ਇੱਥੇ ਮਨੁੱਖ ਦੀ ਜੇ ਉਹਨੂੰ ਪਿਆਸ ਲੱਗ ਗਈ ਨਾ ਰੱਬ ਦੇ ਨਾਂ ਦੀ, ਫਿਰ ਇਹ ਨਹੀਂ ਵੇਖੇਗਾ ਜਿਹੜਾ ਸੁਣਾ ਰਿਹਾ, ਜਿਹੜਾ ਦੱਸ ਰਿਹਾ ਉਹ ਕਿਹੜੇ ਧਰਮ ਦਾ ਹੈ। ਬਾਣੀ ਕਹਿੰਦੇ ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਕੋਈ ਆ ਕੇ ਮਿਲਾ ਦੇਵੇ। ਕੋਈ ਆਵੈ ਸੰਤੋ ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ ਮੋਹੇ ਮਾਰਗ ਦਿਖਲਾਵੈ। ਕੋਈ ਵੀ ਆਏ, ਹਰੀ ਦਾ ਜਨ ਆਏ, ਉਸ ਦਾ ਪਿਆਰਾ ਆਏ, ਮੈਨੂੰ ਉਹਦੇ ਮਾਰਗ ਤੇ ਲਾ ਦੇਵੇ। ਜਿਸ ਦਿਨ ਐਸੀ ਪਿਆਸ ਜਾਗ ਜਾਏਗੀ, ਬਾਣੀ ਕਹਿੰਦੀ ਸਾਰੇ ਦੁੱਖ ਖਤਮ ਹੋ ਜਾਣਗੇ। ਇੱਕ ਵੀ ਦੁੱਖ ਹੈ ਜਿਹੜਾ ਉਹ ਮਨੁੱਖ ਦੇ ਅੰਤਰੀਵੀ ਭਾਵ 'ਚ ਨਹੀਂ ਰਹਿੰਦਾ। ਦੁੱਖ ਕੀ ਹੈ? ਬਾਰ-ਬਾਰ ਇੱਛਾਵਾਂ, ਅਗਿਆਨ ਦੇ ਵਿੱਚੋਂ ਦੁੱਖ ਪੈਦਾ ਹੁੰਦੇ ਨੇ। ਦੁੱਖ ਦਾ ਕਾਰਨ ਹੈ ਅੰਧੇਰਾ, ਸੁੱਖਾਂ ਦਾ ਕਾਰਨ ਹੈ ਚਾਨਣਾ। ਕਮਰਾ ਬੰਦ ਹੋਏ, ਸਾਰਾ ਕੁਝ ਹੀ ਅੰਦਰ ਹੋਏ, ਪਰ ਕਮਰਾ ਬੰਦ ਹੈ, ਅੰਧੇਰਾ ਬੜਾ ਹੈ, ਅੰਦਰ ਵੜਾਂਗੇ ਕੁਝ ਨਹੀਂ ਲੱਭਣਾ, ਕਿਉਂ? ਹਨੇਰਾ ਬੜਾ ਹੈ। ਭਾਵੇਂ ਇਸ ਦੁਨੀਆ ਦੇ ਵਿੱਚ ਹੀ ਪਰਮਾਤਮਾ ਬੈਠਾ ਹੈ, ਪਰ ਮਨ ਵਿੱਚ ਅੰਧੇਰਾ ਬੜਾ, ਵੇਖਦਾ ਹੀ ਨਹੀਂ। ਬਾਣੀ ਤੇ ਇੱਥੋਂ ਤੇ ਹੀ ਕਹਿੰਦੀ ਹੈ, ਗੁਰੂ ਤੇਗ ਬਹਾਦਰ ਸਾਹਿਬ ਤੇ ਐਡਰੈਸ ਵੀ ਦੱਸਦੇ ਨੇ ਪਰਮਾਤਮਾ ਦਾ। ਉਹ ਕਹਿੰਦੇ ਨੇ ਪਰਮਾਤਮਾ ਵਸਦਾ ਕਿੱਥੇ, ਐਡਰੈਸ ਵੀ ਦੱਸਿਆ ਹੈ। ਪਤਿਤ ਉਦਾਹਰਣ ਭੈ ਹਰਨ, ਹਰ ਅਨਾਥ ਕੇ ਨਾਥ, ਕਹੋ ਨਾਨਕ ਤੇ ਜਾਨੀਐ ਸਦਾ ਵਸਤ ਤੁਮ ਸਾਥ। ਦੂਰ ਨਹੀਂ, ਉਹ ਤੇਰੇ ਨਾਲ ਹੀ ਵਸਦਾ ਹੈ, ਤੂੰ ਉਹਨੂੰ ਜਾਣਨ ਦੀ ਕੋਸ਼ਿਸ਼ ਕਰਨੀ ਹੈ। ਜਾਂ ਤੇ ਮੈਂ ਵਰਨੋ ਸਭ ਕਥਾ, ਸਿੱਖਿਣ ਧਨ ਪ੍ਰਸੰਗ ਹੈ ਜਥਾ। ਇਸ ਕਰਕੇ ਕਹਿਣ ਲੱਗੇ ਮੈਂ ਹੁਣ ਤੁਹਾਨੂੰ ਸਾਰੀ ਹੀ ਕਥਾ ਸੁਣਾਵਾਂਗਾ ਜਿਸ ਤਰੀਕੇ ਨਾਲ ਸਿੱਖਾਂ ਦੇ ਅਤੇ ਗੁਰੂ ਸਾਹਿਬ ਜੀ ਦੇ ਪ੍ਰਸੰਗ ਹੋਏ ਹਨ। ਜਿਸ ਕੇ ਸੁਣਤ ਪਾਪ ਬਿਨ ਸਾਵੈ, ਸਰੋਤਾ ਮਹਾ ਪੁੰਨ ਕੋ ਪਾਵੈ।
ਕਹਿੰਦੇ ਹਨ ਫਿਰ ਉਹਨਾਂ ਨੂੰ ਸੁਣਨ ਨਾਲ ਮਿਲਦਾ ਕੀ ਹੈ? ਸਾਰੇ ਪਾਪ ਖਤਮ ਹੋ ਜਾਂਦੇ ਨੇ, ਸਰੋਤਾਂ ਨੂੰ ਬੜਾ ਹੀ ਪੁੰਨ ਫਲ ਪ੍ਰਾਪਤ ਹੁੰਦਾ ਹੈ। ਸੋ ਸਭ ਸੁਨਹਿ ਰੁਚਰ ਬਟ ਭਾਗੋ, ਜਿਸ ਤੇ ਗੁਰ ਪਗ ਸੋ ਅਨੁਰਾਗੋ। ਇਸ ਕਰਕੇ ਸਾਰੇ ਪ੍ਰੇਮ ਧਾਰਨ ਕਰਕੇ ਇਹ ਕਥਾ ਆਪ ਜੀ ਨੇ ਸ਼ਰਵਣ ਕਰਨੀ ਹੈ, ਜਿਸ ਦੇ ਨਾਲ ਬੜਾ ਪ੍ਰੇਮ ਜਾਗੇ। ਕਿਉਂਕਿ ਸਾਧ ਸੰਗਤ, ਜਦੋਂ ਅਸੀਂ ਕਿਸੇ ਦੀ ਗੱਲ ਸੁਣਦੇ ਆ ਨਾ ਵੀ ਫਲਾਣੇ ਮਨੁੱਖ ਨੇ ਇੱਕ ਵਾਰੀ ਇਵੇਂ ਕੀਤਾ ਸੀ, ਉਹਦੇ ਨਾਲ ਗਲਤੀ ਲੱਗ ਗਈ, ਉਹਦਾ ਨੁਕਸਾਨ ਹੋ ਗਿਆ, ਜਦੋਂ ਉਸੇ ਗੱਲ ਸੁਣ ਲਈ ਅਸੀਂ ਫਿਰ ਦੁਬਾਰਾ ਉਹ ਗਲਤੀ ਨਹੀਂ ਕਰਦੇ। ਅਸੀਂ ਬੜੇ ਵਡਭਾਗੀ ਹਾਂ ਵੀ ਪਹਿਲੇ ਮਨੁੱਖ ਨਹੀਂ ਆ ਜਿਹੜੇ ਧਰਤੀ ਤੇ ਆਏ ਆ, ਅਸੀਂ ਪਹਿਲੇ ਨਹੀਂ ਆ, ਫਸਟ ਨਹੀਂ ਆ, ਸਾਡੇ ਤੋਂ ਪਹਿਲਾਂ ਕਰੋੜਾਂ ਹੋ ਕੇ ਗਏ ਨੇ। ਇਸ ਕਰਕੇ ਸਾਨੂੰ ਕਥਾ ਦੇ ਵਿੱਚ ਪਤਾ ਲੱਗ ਜਾਂਦਾ ਉਹਨਾਂ ਗਲਤੀਆਂ ਕੀ ਕੀਤੀਆਂ। ਕਿਸੇ ਨੇ ਕ੍ਰੋਧ ਕਰਕੇ ਪਰਮਾਤਮਾ ਤੋਂ ਸਾਰਾ ਕੁਝ ਗਵਾ ਲਿਆ, ਕਿਸੇ ਨੇ ਹੰਕਾਰ ਕਰਕੇ ਭਗਤੀ ਗਵਾ ਲਈ। ਅਸੀਂ ਫਿਰ ਵੀ ਬੜੇ ਵਡਭਾਗੀ ਹਾਂ, ਸਾਨੂੰ ਘੱਟੋ ਘੱਟ ਪਤਾ ਤੇ ਲੱਗ ਰਿਹਾ ਹੈ ਕਿ ਉਹਨਾਂ ਨੇ ਕੀ ਗਲਤੀਆਂ ਕੀਤੀਆਂ ਤੇ ਮੈਂ ਨਹੀਂ ਕਰਨੀਆਂ। ਪਰ ਜਿਹਦਾ ਚਿੱਤ ਪੱਥਰ ਵਰਗਾ ਹੋ ਜਾਂਦਾ ਹੈ ਨਾ, ਉਹ ਵਿਚਾਰਸ਼ੀਲ ਨਹੀਂ ਹੁੰਦਾ ਸਾਧ ਸੰਗਤ। ਇਸ ਕਰਕੇ ਜਿਹੜਾ ਮਨੁੱਖ ਬਾਰ-ਬਾਰ ਗਲਤੀ ਦੁਹਰਾਏ ਨਾ, ਉਹੀ ਗਲਤੀ ਜਿਹੜੀਆਂ ਦੂਜੀਆਂ ਨੇ ਦੁਹਰਾਈਆਂ ਨੇ, ਉਹਨੂੰ ਫਿਰ ਮਨਮੁਖ ਜਾਂ ਫਿਰ ਮੂਰਖ ਕਿਹਾ ਜਾਂਦਾ ਹੈ। ਕਦੇ ਵੇਖਣਾ, ਇੱਕ ਮਨੁੱਖ ਨੂੰ ਅੱਜ ਸਮਝਾ ਦਿਓ, ਇੱਕ ਟੀਚਰ ਇੱਕ ਬੱਚੇ ਨੂੰ ਸਮਝਾਏਗਾ ਬੇਟਾ ਆਹ ਸਵਾਲ ਇਵੇਂ ਨਹੀਂ ਹੋਣਾ, ਦੁਬਾਰਾ ਨਹੀਂ ਕਰਨਾ ਐਵੇਂ, ਉਹ ਫਿਰ ਉਹੀ ਗਲਤੀ ਕਰੇ, ਫਿਰ ਕਰੇ, 10 ਵਾਰੀ ਉਹੀ ਗਲਤੀ ਕਰਦੇ ਕਿ ਇਹਦਾ ਦਿਮਾਗ ਠੀਕ ਨਹੀਂ, ਮੋਟਾ ਦਿਮਾਗ ਹੈ ਇਹਦਾ, ਇਹਨੂੰ ਸਮਝ ਨਹੀਂ ਲੱਗਦੀ। ਦੂਜੇ ਦੀਆਂ ਗਲਤੀਆਂ ਤੋਂ ਸਿੱਖਣ ਵਾਲੇ ਬੜੇ ਘੱਟ ਮਨੁੱਖ ਹੁੰਦੇ ਨੇ। ਮਨੁੱਖ ਬਾਰ-ਬਾਰ ਠੇਡੇ ਖਾਂਦਾ ਰਹਿੰਦਾ ਹੈ ਪਰ ਸਮਝਦਾ ਨਹੀਂ। ਕਿਉਂ? ਇਹਦੇ ਵਿੱਚ ਨਾ ਇੱਕ ਕੰਡਾ ਹੈ। ਉਹ ਕੰਡਾ ਕਿਹੜਾ ਹੈ? ਹਉਮੈ ਦਾ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ। ਜਿਉਂ ਜਿਉਂ ਚੱਲਹਿ ਚੁਭੈ ਦੁਖ ਪਾਵਹਿ, ਜਮ ਕਾਲ ਸਹਿ ਸਿਰ ਡੰਡਾ ਹੈ। ਇਹ ਹਉਮੈ ਪਤਾ ਕੀ ਕਰੇਗੀ? ਮਨੁੱਖ ਨੂੰ ਜਮਾਂ ਦੇ ਵਸ ਕਰ ਦੇਗੀ। ਇਸ ਕਰਕੇ ਦੂਜੇ ਨੇ ਗਲਤੀਆਂ ਕੀਤੀਆਂ, ਮਾੜੇ ਕਰਮ ਕੀਤੇ, ਹੰਕਾਰ ਕੀਤਾ, ਉਹ ਤੋਂ ਮਨੁੱਖ ਨੇ ਸਿੱਖਿਆ ਨਹੀਂ, ਉਹੀ ਗਲਤੀਆਂ ਆਪ ਦੁਹਰਾ ਲਈਆਂ। ਫਿਰ ਜਿਹੜੀ ਸਜ਼ਾ ਉਹਨਾਂ ਨੂੰ ਮਿਲੀ ਸਾਨੂੰ ਵੀ ਉਹੀ ਮਿਲੇਗੀ। ਇਸ ਕਰਕੇ ਆਪਾਂ ਵਡਭਾਗੀ ਹਾਂ, ਸਾਡੇ ਕੋਲ ਇਤਿਹਾਸ ਨੇ ਉਹਨਾਂ ਲੋਕਾਂ ਦੇ ਜਿਹੜੇ ਪਰਮਾਤਮਾ ਦੇ ਮਾਰਗ ਤੇ ਤੁਰੇ, ਕਿਵੇਂ ਕਿਵੇਂ ਉਹਨਾਂ ਪਰਮਾਤਮਾ ਨੂੰ ਪਾਇਆ, ਕਿਵੇਂ ਕਿਵੇਂ ਉਹਨਾਂ ਨੇ ਖੁਸ਼ ਕੀਤਾ ਹੈ। ਕਰ ਕਰ ਪ੍ਰੇਮ ਸੇਵ ਜਿਨ ਕੀਨੀ, ਮਹਿਮਾ ਸਤਿਗੁਰ ਕੀ ਬੜ ਕੀਨੀ। ਜਿਨ੍ਹਾਂ ਨੇ ਪ੍ਰੇਮ ਦੇ ਨਾਲ ਸਤਿਗੁਰੂ ਜੀ ਦੀ ਸੇਵਾ ਕੀਤੀ ਤੇ ਮਹਾਰਾਜ ਜੀ ਦੀ ਜਿਹੜੀ ਮਹਿਮਾ ਹੈ ਉਸ ਨੂੰ ਬੜਾ ਵੱਡਾ ਜਾਣਿਆ ਹੈ। ਬ੍ਰਹਮ ਗਿਆਨ ਕੋ ਪਾਏ ਵਿਸਾਲਾ, ਜਨਮ ਮਰਨ ਤੇ ਕਸ਼ਟ ਕਰਾਲਾ। ਇਸ ਕਰਕੇ ਉਹਨਾਂ ਨੇ ਗੁਰੂ ਦੀ ਆਗਿਆ ਮੰਨੀ, ਬ੍ਰਹਮ ਗਿਆਨ ਨੂੰ ਪ੍ਰਾਪਤ ਹੋ ਗਏ। ਸਾਧ ਸੰਗਤ, ਗੁਰੂ ਦੀ ਆਗਿਆ ਪਹਿਲਾਂ ਮੰਨਣੀ ਪੈਂਦੀ ਹੈ, ਰਿਜ਼ਲਟ ਬਾਅਦ ਵਿੱਚ ਆਉਂਦੇ ਨੇ। ਕਦੇ ਵੀ ਵੇਖਣਾ, ਆਪ ਜੀ ਇੱਥੇ ਆਏ ਹੋ, ਕਥਾ ਸੁਣ ਰਹੇ ਹੋ, ਪਹਿਲਾਂ ਸੁਣ ਰਹੇ ਹੋ, ਮੰਨਣ ਦਾ ਕੰਮ ਹਮੇਸ਼ਾ ਹੀ ਬਾਅਦ ਵਿੱਚ ਹੁੰਦਾ ਹੈ। ਗੁਰੂ ਦੀ ਗੱਲ ਸੁਣ ਲਈ, ਜਪਜੀ ਸਾਹਿਬ ਸੁਣ ਲਿਆ, ਸੁਖਮਨੀ ਸਾਹਿਬ ਸੁਣ ਲਿਆ, ਪਹਿਲਾਂ ਸੁਣਿਆ ਹੀ ਜਾਣਾ ਹੈ, ਪਰ ਉਹ ਜਿਹੜੀ ਸੁਣਨਾ ਹੈ ਨਾਲੋਂ ਨਾਲ ਹੀ ਮੰਨ ਲੈਣਾ ਹੈ। ਜੋ ਕੁਝ ਸੁਣਿਆ ਉਹ ਮੰਨ ਲਿਆ, ਜੋ ਮੰਨਿਆ ਜਾਏਗਾ ਫਿਰ ਉਹ ਵਿਖਣਾ ਸ਼ੁਰੂ ਹੋ ਜਾਏਗਾ। ਜੋ ਮੰਨ ਲਵਾਂਗੇ ਉਹ ਵਿਖਣਾ ਸ਼ੁਰੂ ਹੋ ਜਾਏਗਾ। ਅੱਖਾਂ ਮੀਚ ਕੇ ਹੀ ਮੰਨ ਲੈਣਾ ਹੈ, ਗੁਰੂ ਦੀ ਗੱਲ ਨੂੰ ਅੱਖਾਂ ਮੀਚ ਕੇ ਮੰਨ ਲੈਣਾ ਚਾਹੀਦਾ ਹੈ। ਜੇ ਉਹ ਕਹਿੰਦਾ ਹੈ ਨਾ ਨਾਮ ਜਪੋ, ਬੰਦਗੀ ਕਰੋ, ਦੂਜੀ ਗੱਲ ਸੋਚੋ ਹੀ ਨਾ। ਜੇ ਕਹਿੰਦਾ ਨਾ 24 ਘੰਟੇ ਜਪੋ, ਮੈਂ ਤਾਂ ਇੱਥੋਂ ਤਾਈਂ ਸੋਚਦਾ ਹੁੰਦਾ, ਜੇ ਗੁਰੂ ਕਹਿੰਦਾ ਨਾ 24 ਘੰਟੇ ਜਪੋ, ਹੋਰ ਕੰਮ ਛੱਡ ਹੀ ਦੇਣਾ ਚਾਹੀਦਾ ਆਪਾਂ ਨੂੰ। ਇਹਦਾ ਮਤਲਬ ਇਹ ਨਹੀਂ ਘਰ ਦੇ ਕੰਮ ਛੱਡ ਦੇ, ਮਨ ਦੇ ਵਿੱਚੋਂ ਕੰਮ ਛੱਡ ਦੇਣੇ ਚਾਹੀਦੇ ਨੇ। ਪਰ ਇਹ ਵੀ ਗੱਲ ਸਾਧ ਸੰਗਤ ਯਾਦ ਰੱਖਣਾ, ਐਸੇ ਵੀ ਇਤਿਹਾਸ ਦੇ ਵਿੱਚ ਜ਼ਿਕਰ ਆਉਂਦੇ ਨੇ ਜਿਨ੍ਹਾਂ ਗੁਰੂ ਦੇ ਕਹਿਣ ਦੇ ਘਰ ਦੇ ਕੰਮ ਵੀ ਛੱਡ ਦਿੱਤੇ, ਛੱਡ ਕੇ ਸਿਰਫ ਸੇਵਾਵਾਂ ਕੀਤੀਆਂ, ਲੋਕਾਂ ਤੇ ਬੜਾ ਉਹਨਾਂ ਨੂੰ ਮਾੜਾ ਬੋਲਿਆ, ਪਰ ਅੱਜ ਤਾਈਂ ਲੋਕ ਉਹਨਾਂ ਦੀ ਪੂਜਾ ਕਰਦੇ ਨੇ। ਭਾਵੇਂ ਗੁਰੂ ਤੇ ਇਹ ਹਦਾਇਤ ਨਹੀਂ ਕਰਦਾ ਕੰਮ ਛੱਡ ਦਿਓ। ਇਸ ਕਰਕੇ ਗੁਰੂ ਦੀ ਗੱਲ ਨੂੰ ਮੈਂ ਬੜੀ ਵਾਰੀ ਆਪ ਜੀ ਦੇ ਸਾਹਮਣੇ ਸੁਖਮਨੀ ਸਾਹਿਬ ਦੀ ਗੱਲ ਰੱਖੀ ਹੈ। ਹੁਣ ਕਿੱਡੇ ਵੱਡੇ ਬਚਨ ਨੇ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਹੁਣ ਜੇ ਮਨੁੱਖ ਇਹ ਕਰੇਗਾ ਹੀ ਨਾ ਫਿਰ ਇਹ ਤੇ ਇਹਦੀ ਗਲਤੀ ਹੈ ਨਾ। ਹੁਣ ਗੁਰੂ ਦੀ ਗੱਲ ਨੂੰ ਮੰਨੇਗਾ ਹੀ ਨਾ ਫਿਰ ਤੇ ਗਲਤੀ ਇਹਦੀ ਹੈ, ਗੁਰੂ ਦਾ ਇਹਦੇ ਵਿੱਚ ਕੀ ਕਸੂਰ ਹੈ।
ਬਾਣੀ ਕਹਿੰਦੀ ਸਤਿਗੁਰ ਸਾਚਾ ਕਿਆ ਕਰੇ, ਜੋ ਸਿੱਖਾ ਮੈਂ ਚੂਕ, ਅੰਧੇ ਏਕ ਨਾ ਲੱਗਈ, ਜੋ ਬਾਂਸ ਵਜਾਈਏ ਫੂਕ। ਅੰਨੇ ਮਨੁੱਖ ਦਾ ਕੰਮ ਪਤਾ ਕੀ ਹੁੰਦਾ, ਜਿਵੇਂ ਬਾਂਸ ਦੇ ਵਿੱਚ ਫੂਕ ਮਾਰੀਏ ਨਾ ਪਰਾਂ ਨਿਕਲ ਜਾਂਦੀ ਹੈ, ਇਵੇਂ ਮਨੁੱਖ ਗੁਰੂ ਦੀ ਗੱਲ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਨੇ, ਇਗਨੋਰ ਕਰ ਦਿੰਦੇ ਨੇ। ਠੀਕ ਹੈ, ਚਲੋ ਕਥਾ ਤੇ ਹੁੰਦੀ ਹੋਈ ਹੈ, ਚਲੋ ਬਾਬੇ ਤੇ ਕਹਿੰਦੇ ਹੀ ਹੁੰਦੇ ਨੇ, ਇਹੋ ਜਿਹੀਆਂ ਵੀ ਗੱਲਾਂ ਮਨੁੱਖ ਦੇ ਮਨ ਵਿੱਚ। ਠੀਕ ਹੈ ਜੀ, ਇਹ ਆਪਣੀ ਥਾਂ ਤੇ ਠੀਕ ਹੈ, ਅਸੀਂ ਆਪਣੀ ਥਾਂ ਤੇ ਠੀਕ ਹੈ। ਨਹੀਂ, ਗੁਰੂ ਹੀ ਠੀਕ ਹੈ, ਅਸੀਂ ਆਪਣੀ ਥਾਂ ਤੇ ਗਲਤ ਹਾਂ। ਬੜੇ ਲੋਕ ਦੁਨੀਆ ਦੇ ਵਿੱਚ ਉਦਾਹਰਣ ਦਿੰਦੇ ਨੇ, ਨਹੀਂ ਜੀ ਸਮਾਜਿਕ ਗੱਲ ਹੋਰ ਹੈ, ਤੇ ਗੁਰੂ ਵੀ ਤਾਂ ਸਮਾਜ 'ਚ ਰਹਿਣ ਦੀਆਂ ਹੀ ਗੱਲਾਂ ਕਰਦਾ ਹੈ, ਸਮਾਜ ਛੱਡਣ ਦੀ ਗੱਲਾਂ ਥੋੜ੍ਹੀ ਨਾ ਕਰਦਾ। ਸਮਾਜ ਵਿੱਚ ਵੀ ਤੇ ਰਹਿਣਾ ਹੈ। ਫਿਰ ਸਾਧ ਸੰਗਤ ਯਾਦ ਰੱਖਣਾ, ਸਮਾਜ ਝੂਠਾ ਹੁੰਦਾ ਹੈ। ਬਾਣੀ ਕਹਿੰਦੀ ਇਹ ਸੰਸਾਰ ਵਿਕਾਰ ਸੰਸੇ ਮੈਂ, ਇਹ ਸੰਸਾਰ ਤੇ ਵਿਕਾਰਾਂ ਦੇ ਸੰਸੇ ਵਿੱਚ ਹੈ। ਸੰਸਾਰ ਤੇ ਆਪਣੀਆਂ ਸੁਵਿਧਾਵਾਂ ਦੇ ਨਾਲ ਰੂਲ ਬਣਾ ਲੈਂਦਾ ਹੈ, ਜੋ ਕੁਝ ਚੰਗਾ ਲੱਗ ਜਾਂਦਾ ਉਹੀ ਰਿਵਾਜ ਚੱਲ ਪੈਂਦਾ ਹੈ। ਸੰਸਾਰ ਦਾ ਕੀ ਹੈ, ਆਪਣੀ ਮਰਜ਼ੀ ਨਾਲ ਰੂਲ ਬਣਾਏ ਹੋਏ ਨੇ। ਇਹ ਕੋਈ ਸੰਸਾਰ ਦੇ ਵਿੱਚ ਜੋ ਇੱਜ਼ਤ ਦੇ ਰੂਲ ਬਣਾਏ ਨੇ, ਇਹ ਕੋਈ ਪਰਮਾਤਮਾ ਨੇ ਦਿੱਤੇ ਨੇ, ਆਪਣੀ ਮਰਜ਼ੀ ਨਾਲ ਬਣਾਏ ਨੇ। ਆਪਣੀ ਮਰਜ਼ੀ ਨਾਲ ਰੂਲ ਬਣਾਏ ਨੇ, ਉਹੀ ਦੁੱਖ ਦੇ ਰਹੇ ਨੇ। ਜਿਨ੍ਹਾਂ ਨੇ ਗੁਰੂ ਦੀ ਮਰਜ਼ੀ ਨਾਲ ਚੱਲਣਾ ਹੈ ਕਦੇ ਦੁਖੀ ਨਹੀਂ ਹੁੰਦੇ। ਇੱਕ ਗੱਲ ਹੈ ਉਹਨਾਂ ਨੂੰ ਥੋੜ੍ਹੀ ਜਿਹੀ, ਜਿਹੜੇ ਸਿਰਫ ਗੁਰੂ ਦੀ ਮਰਜ਼ੀ ਨਾਲ ਚੱਲਦੇ ਨੇ, ਲੋਕੀ ਉਹਨਾਂ ਦੀ ਨਿੰਦਿਆ ਕਰਦੇ ਨੇ, ਬਸ ਗੱਲ ਇੰਨੀ ਹੈ। ਲੋਕੀ ਉਹਨਾਂ ਨੂੰ ਜੀਣ ਨਹੀਂ ਦਿੰਦੇ। ਮਸਕੀਨ ਜੀ ਕਿਹਾ ਕਰਦੇ ਸੀ, ਕਹਿੰਦੇ ਜੇ ਵੇਖਣਾ ਹੈ ਨਾ ਵੀ ਬਿਲਕੁਲ ਸਿਰੇ ਦਾ ਸੰਤ ਕੌਣ ਹੈ, ਜਿਹੜਾ ਪਹੁੰਚ ਗਿਆ ਹੈ, ਕਹਿੰਦੇ ਬਸ ਯਾਦ ਰੱਖਣਾ ਉਹ ਤੁਹਾਨੂੰ ਤੱਤੀਆਂ ਤਵੀਆਂ ਤੇ ਜਾਂ ਸੂਲੀਆਂ ਤੇ ਮਿਲੇਗਾ, ਕਿਉਂ ਉਹਨੇ ਸੱਚ ਬੋਲਣਾ ਹੈ, ਮੌਕੇ ਵਾਲਿਆਂ ਨੂੰ ਚੰਗਾ ਨਹੀਂ ਲੱਗਣਾ। ਇਸ ਕਰਕੇ ਜਿਹੜੇ ਲੋਕ ਸਮਾਜ ਦੀ ਪਰਵਾਹ ਕਰਦੇ ਨੇ ਨਾ, ਹਜੇ ਉਹ ਗੁਰੂ ਦੀ ਪਰਵਾਹ ਨਹੀਂ ਕਰਦੇ। ਔਰ ਮੈਂ ਦੂਜੀ ਗੱਲ ਕਹਿ ਦਿਆਂ, ਜੋ ਗੁਰੂ ਦੀ ਪਰਵਾਹ ਕਰਦੇ ਨੇ, ਦੁਨੀਆ ਦੀ ਉਹਨਾਂ ਨੂੰ ਕੋਈ ਪਰਵਾਹ ਨਹੀਂ। ਸਾਰਾ ਸੰਸਾਰ ਵੀ ਛੱਡ ਜਾਏਗਾ, ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ। ਉਹ ਤੇ ਇੱਥੋਂ ਤੇ ਹੀ ਕਹਿ ਦਿੰਦੇ ਨੇ, ਸਤਿਗੁਰੂ ਜੀ ਮਹਾਰਾਜ ਮੈਨੂੰ ਸਿਰਫ ਤੇਰਾ ਸਹਾਰਾ ਹੈ, ਦੁਨੀਆ ਛੱਡਦੀ ਛੱਡੀ ਜਾਏ। ਗੁਰੂ ਅਮਰਦਾਸ ਜੀ ਨੂੰ ਲੋਕੀ ਇੱਥੋਂ ਤੇ ਹੀ ਗੱਲਾਂ ਕਰਦੇ ਹੁੰਦੇ ਸੀ, ਕਹਿੰਦੇ ਬੁੱਢੇ ਬਾਰੇ ਉਮਰ ਹੋ ਗਈ ਹੈ, ਘਰਦਿਆਂ ਨੇ ਧੱਕਾ ਦੇ ਦਿੱਤਾ ਹੈ, ਸਾਡੀ ਸੇਵਾ ਪਤਾ ਹੀ ਕਿਉਂ ਕਰਦਾ ਫਿਰਦਾ ਹੈ, ਕਿਉਂਕਿ ਘਰਦੇ ਨੂੰ ਰੋਟੀ ਨਹੀਂ ਪੁੱਛਦੇ। ਰੋਟੀ ਵੀ ਤਾਂ ਖਾਣੀ ਹੈ, ਤਾਂ ਹੀ ਤੇ ਨਿਮਰਤਾ ਨਾਲ ਗੱਲਾਂ ਕਰਦਾ ਹੈ। ਗੁਰੂ ਅੰਗਦ ਸਾਹਿਬ ਜੀ ਨੂੰ ਇਹੀ ਗੱਲਾਂ ਹੋਈਆਂ, ਗੁਰੂ ਰਾਮਦਾਸ ਮਹਾਰਾਜ ਜੀ ਨੂੰ ਇਹੀ ਗੱਲਾਂ ਹੋਈਆਂ। ਗੁਰੂ ਰਾਮਦਾਸ ਜੀ ਨੂੰ ਕਹਿੰਦੇ ਹੁੰਦੇ ਸੀ ਉਹਨਾਂ ਦੇ ਸ਼ਰੀਕੇ ਦੇ ਆ ਕੇ, ਕਹਿੰਦੇ ਲੱਗਦਾ ਹੈ ਮਾਂ ਬਾਪ ਨਹੀਂ ਹੈਗੇ, ਇੱਥੇ ਆਪਣੇ ਸਹੁਰਿਆਂ ਦੇ ਘਰ ਮਿੱਟੀ ਢੋਂਦਾ ਹੈ। ਗੋਇੰਦਵਾਲ ਸਾਹਿਬ ਦੀ ਸੇਵਾ ਚੱਲਦੀ ਸੀ, ਮਿੱਟੀ ਢੋਂਦਾ ਹੈ, ਮਿੱਟੀ ਢੋ ਕੇ ਵਿਚਾਰਾ ਰੋਟੀ ਖਾ ਲੈਂਦਾ। ਸਾਧ ਸੰਗਤ ਯਾਦ ਰੱਖਣਾ, ਜਿਹਨੂੰ ਵਿਚਾਰਾ ਕਹਿੰਦੇ ਸੀ ਨਾ ਲੋਕ, ਅੱਜ ਉਸ ਵਿਚਾਰੇ ਦੇ ਦਰ ਤੋਂ 80,000 ਲੋਕੀ ਰੋਜ਼ ਲੰਗਰ ਛਕਦੇ ਨੇ। ਜਿਹਨੂੰ ਵਿਚਾਰਾ ਕਹਿੰਦੇ ਸੀ ਨਾ, ਅੱਜ ਉਹਦੇ ਘਰ ਨੂੰ ਵੀ ਸੋਨਾ ਲੱਗਿਆ ਹੋਇਆ। ਜਿਹੜੇ ਘਰਾਂ ਵਾਲੇ ਬਣੇ ਬੈਠੇ ਸੀ, ਜਿਹੜੇ ਘਰਾਂ ਦੀ ਗੱਲ ਕਰਦੇ ਸੀ। ਗੁਰੂ ਅਮਰਦਾਸ ਜੀ ਨੇ ਦੁਨੀਆ ਨਹੀਂ ਵੇਖੀ, ਬਰਾਦਰੀ ਨਹੀਂ ਵੇਖੀ, ਦੁਨੀਆ ਨਹੀਂ ਵੇਖੀ, ਸਮਾਜ ਨਹੀਂ ਵੇਖਿਆ, ਗੁਰੂ ਦੇ ਬਚਨ ਵੇਖੇ ਨੇ। ਗੁਰੂ ਕੀ ਕਹਿੰਦਾ ਹੈ, ਉਹਨੂੰ ਹੀ ਗੁਰਮੁਖ ਕਿਹਾ ਜਾਂਦਾ ਹੈ। ਜਿਹੜਾ ਗੁਰੂ ਦੀ ਪਰਵਾਹ ਕਰਦਾ ਹੈ, ਦੁਨੀਆ ਦੀ ਪਰਵਾਹ ਕਰਨ ਵਾਲਿਆਂ ਨੂੰ ਮਨਮੁਖ ਬਿਰਤੀ ਕਿਹਾ ਜਾਂਦਾ ਹੈ। ਬ੍ਰਿਧ ਮਿਲਿਓ ਸ੍ਰੀ ਨਾਨਕ ਸਾਥ, ਪੂਰਬ ਕਹਿ ਆਏ ਇਹੋ ਗਾਥ। ਬਾਬਾ ਬੁੱਢਾ ਜੀ ਦੀ ਗੱਲ ਭਾਈ ਸੰਤੋਖ ਸਿੰਘ ਕਹਿੰਦੇ ਨੇ, ਗੁਰੂ ਨਾਨਕ ਦੇਵ ਜੀ ਦੇ ਕੋਲ ਬਾਬਾ ਬੁੱਢਾ ਸਾਹਿਬ ਜੀ ਆਏ, ਉਹਨਾਂ ਦੀ ਵਾਰਤਾ ਅਸੀਂ ਪਹਿਲਾਂ ਕਹਿ ਦਿੱਤੀ ਹੈ। ਅਬ ਭਗਤੂ ਜਿਮ ਕਾਲੀ ਕਾਲ, ਭਇਓ ਜਨਮ ਜਿਮ ਗੁਰਬਚਨ ਨਾਲ। ਹੁਣ ਕਹਿੰਦੇ ਨੇ ਮੈਂ ਤੁਹਾਨੂੰ ਭਾਈ ਭਗਤੂ ਦੀ ਕਥਾ ਸੁਣਾਵਾਂਗਾ, ਜਿਵੇਂ ਗੁਰੂ ਰਾਮਦਾਸ ਜੀ ਦੇ ਬਚਨਾਂ ਦੇ ਨਾਲ ਉਹਨਾਂ ਦਾ ਜਨਮ ਹੋਇਆ ਹੈ। ਸੋ ਮੈਂ ਕਹੋ ਸੁਣੋ ਬਿਰਤੰਤ, ਜਿਸ ਮਹਿ ਮਹਿਮਾ ਗੁਰ ਭਗਵੰਤ। ਕਹਿੰਦੇ ਹਨ ਮੈਂ ਹੁਣ ਉਹ ਕਥਾ ਕਵਾਂਗਾ ਜਿਸ ਕਥਾ ਦੇ ਵਿੱਚ ਗੁਰੂ ਦੀ ਮਹਿਮਾ ਹੈ, ਪਰਮਾਤਮਾ ਦੀ ਮਹਿਮਾ ਹੈ। ਪੁਨਾ ਅਪਰ ਸਿੱਖਨ ਕੀ ਕਹੋ, ਜਿਸ ਪ੍ਰਕਾਰ ਸੁਣ ਕਰ ਉਰ ਨਹੋ। ਕਹਿੰਦੇ ਉਸ ਤੋਂ ਬਾਅਦ ਫਿਰ ਮੈਂ ਦੂਜੇ ਸਿੱਖਾਂ ਦੀ ਵੀ ਗੱਲ ਕਰਾਂਗਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਜਿਨ੍ਹਾਂ ਦੇ ਗੁਰੂ ਦੀ ਗੱਲ ਨੂੰ ਸੁਣਿਆ ਤੇ ਆਪਣੇ ਹਿਰਦੇ ਵਿੱਚ ਰੱਖਿਆ, ਸੁਣਿਆ ਮੰਨਿਆ ਮਨ ਕੀਤਾ ਭਾਉ। ਬਾਣੀ ਕਹਿੰਦੀ ਅੰਤਰਗਤ ਤੀਰਥ ਮਲ ਨਾਉ। ਬਾਣੀ ਦੇ ਵਿੱਚ ਮਹਾਰਾਜ ਸੁਣਿਆ ਮੰਨਿਆ ਮਨ ਕੀਤਾ ਭਾਉ। ਸੁਣ ਲਿਆ ਮੰਨ ਲਿਆ
ਮਨ ਦੇ ਵਿੱਚ ਭਾਉ ਬਣਾਇਆ, ਜੋ ਕੁਝ ਸੁਣਿਆ ਸੀ ਉਹਨੂੰ ਬਾਰ-ਬਾਰ ਆਪਣੀ ਜ਼ਿੰਦਗੀ 'ਚ ਲੈ ਕੇ ਆਉਂਦਾ। ਭਾਵੇਂ ਗੁਰੂ ਦੀਆਂ ਬਚਨਾਂ ਨੂੰ ਇਸ ਦੁਨੀਆ ਵਿੱਚ ਰਹਿੰਦਿਆਂ, ਕਿਉਂਕਿ ਸਤਿਯੁਗ ਦਾ ਤੇ ਸਮਾਂ ਨਹੀਂ, ਰਹਿੰਦਿਆਂ ਬੜਾ ਔਖਾ ਹੁੰਦਾ ਹੈ ਗੁਰੂ ਦੇ ਵਚਨ ਤੇ ਚੱਲਣਾ। ਫਿਰ ਲੋਕ ਅਕਸਰ ਕਹਿੰਦੇ ਨੇ ਸਮਾਜ ਦੀ ਵੀ ਤੇ ਰੱਖਣੀ ਪੈਂਦੀ ਹੈ, ਦੁਨੀਆ ਦੇ ਤੇ ਰੱਖਣੀ, ਗੁਰੂ ਤੋਂ ਤੇ ਫਿਰ ਮਾਫੀ ਮੰਗ ਲਵਾਂਗੇ, ਦੁਨੀਆ ਤੋਂ ਮਾਫੀ ਕਿਵੇਂ ਮੰਗਾਂਗੇ। ਪਰ ਸਾਧ ਸੰਗਤ ਯਾਦ ਰੱਖਣਾ, ਇੱਕ ਵਾਰੀ ਜੇ ਰਿਲੇਸ਼ਨ ਟੁੱਟ ਜਾਏ ਨਾ ਕਿਸੇ ਦੇ ਨਾਲ, ਜੁੜ ਤੇ ਜਾਂਦਾ ਪਰ ਗੰਢ ਪੈ ਜਾਂਦੀ ਹੈ। ਗੁਰੂ ਦੇ ਨਾਲ ਪ੍ਰੇਮ ਤੇ ਬਣਿਆ ਹੈ, ਜੇ ਕਿਤੇ ਇੱਕ ਵਾਰੀ ਧਾਗਾ ਟੁੱਟ ਜਾਏ ਨਾ, ਜਦੋਂ ਟੁੱਟ ਜਾਂਦਾ ਹੈ ਫਿਰ ਵਿੱਚ ਗੰਢ ਪੈ ਜਾਂਦੀ ਹੁੰਦੀ ਆ। ਇਸ ਕਰਕੇ ਜੇ ਅਸੀਂ ਨਜ਼ਰ ਅੰਦਾਜ਼ ਕਰਦੇ ਹਾਂ ਗੁਰੂ ਦੀ ਗੱਲ ਨੂੰ, ਫਿਰ ਪ੍ਰੇਮ ਨਹੀਂ ਰਹਿੰਦਾ, ਟੁੱਟ ਜਾਂਦਾ ਹੈ ਪ੍ਰੇਮ। ਇਸ ਕਰਕੇ ਪ੍ਰੇਮ ਦੇ ਨਾਲ, ਸ਼ਰਧਾ ਦੇ ਨਾਲ, ਜੋ ਗੁਰ ਕਹੈ ਸੋਈ ਭਲ ਮਨ ਹੋ, ਹਰ ਹਰ ਕਥਾ ਨਿਰਾਲੀ। ਜੋ ਗੁਰੂ ਕਹਿੰਦਾ ਹੈ ਉਹਨੂੰ ਭਲਾ ਕਰਕੇ ਮੰਨਣਾ ਚਾਹੀਦਾ ਹੈ। ਜੋ ਪਰਮੇਸ਼ਰ ਦੀਆਂ ਕਥਾਵਾਂ ਨੇ, ਭਗਤ ਧਰੂ ਦੀ ਕਥਾ ਹੈ, ਭਗਤ ਪ੍ਰਹਿਲਾਦ ਜੀ ਦੀ ਕਥਾ ਹੈ, ਸਾਡੇ ਸਾਹਮਣੇ ਇਹ ਸਾਖੀਆਂ ਨੇ ਜਿਨ੍ਹਾਂ ਨੇ ਪਰਮਾਤਮਾ ਨੂੰ ਆਰਾਧਿਆ, ਕਿਵੇਂ ਪਰਮਾਤਮਾ ਨੇ ਉਹਨਾਂ ਦੀ ਮਦਦ ਕੀਤੀ, ਕਿਵੇਂ ਉਹਨਾਂ ਦੀ ਜ਼ਿੰਦਗੀ ਵਿੱਚ ਆਨੰਦ ਦੀ ਪ੍ਰਾਪਤੀ ਹੋਈ। ਸੋ ਇੱਥੋਂ ਤਾਈਂ ਦੀ ਕਥਾ ਆਪਾਂ ਅੱਜ ਸ਼ਰਵਣ ਕਰਾਂਗੇ। ਕੱਲ੍ਹ ਨੂੰ ਭਾਈ ਭਗਤੂ ਜੀ, ਉਹਨਾਂ ਦੀ ਜਿਹੜੀ ਕਥਾ ਚੱਲੇਗੀ ਉਹਦੇ ਵਿੱਚ ਆਪਾਂ ਸ਼ਰਵਣ ਕਰਾਂਗੇ ਭਾਈ ਭਗਤੂ ਜੀ ਦੀ ਕਥਾ ਦੇ ਵਿੱਚ ਕਿਵੇਂ ਉਹਨਾਂ ਦੇ ਪਿਤਾ ਜੀ ਗੁਰੂ ਰਾਮਦਾਸ ਜੀ ਦੇ ਕੋਲ ਆਉਂਦੇ ਨੇ ਤੇ ਕਿਵੇਂ ਉਹਨਾਂ ਨੂੰ ਪਰਮ ਪਦ ਦੀ ਪ੍ਰਾਪਤੀ ਹੁੰਦੀ ਹੈ। ਆਓ ਦੋ ਲਾਈਨਾਂ ਇੱਕ ਸ਼ਬਦ ਦੀਆਂ ਵੀ ਪੜ੍ਹੀਏ। ਬਲਿਹਾਰੀ ਗੁਰ ਆਪਣੇ, ਬਲਿਹਾਰੀ ਗੁਰ ਆਪਣੇ, ਬਲਿਹਾਰੀ ਗੁਰ ਆਪਣੇ, ਬਲਿਹਾਰੀ ਗੁਰ ਆਪਣੇ। ਦਿਉਹਾੜੀ ਸਦਵਾਰ, ਦਿਉਹਾੜੀ ਸਦਵਾਰ, ਦਿਉਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ, ਜਿਨ ਮਾਨਸ ਤੇ ਦੇਵਤੇ ਕੀਏ, ਜਿਨ ਮਾਨਸ ਤੇ ਦੇਵਤੇ ਕੀਏ। ਕਰਤ ਨ ਲਾਗੀ ਵਾਰ, ਕਰਤ ਨ ਲਾਗੀ ਵਾਰ, ਕਰਤ ਨ ਲਾਗੀ ਵਾਰ, ਕਰਤ ਨ ਲਾਗੀ ਵਾਰ। ਇਹ ਸਾਧ ਸੰਗਤ ਉਸ ਗੁਰੂ ਤੋਂ ਬਲ ਜਾਣਾ ਚਾਹੀਦਾ ਹੈ ਜਿਹੜਾ ਐਸੀਆਂ ਪਰਮਾਤਮਾ ਦੀਆਂ ਗੱਲਾਂ ਸੁਣਾਉਂਦਾ ਹੈ, ਰੱਬ ਦੀਆਂ ਗੱਲਾਂ ਸੁਣਾਉਂਦਾ ਹੈ। ਜ਼ਿੰਦਗੀ ਨੂੰ ਜਿਹੜਾ ਸਾਡਾ ਦੁੱਖ ਤੇ ਸੁੱਖ ਨੂੰ ਵਹਿੰਦਾ ਹੈ, ਉਹ ਪਰਮਾਤਮਾ ਜਿਹਨੂੰ ਉਹਦੀ ਸੋਝੀ ਪਾਈ, ਉਸ ਦੇ ਬਾਰੇ ਦੱਸਿਆ ਉਹ ਕੌਣ ਹੈ, ਕਿੱਥੇ ਉਹ ਵਸਦਾ ਹੈ, ਤੂੰ ਸੁਖੀ ਕਿਵੇਂ ਹੋ ਸਕਦਾ ਹੈ। ਐਸੇ ਗੁਰੂ ਤੋਂ ਬਲ ਜਾਣਾ ਚਾਹੀਦਾ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਹੋਈ, ਭੁੱਲ ਚੁੱਕ ਦੇ ਲਈ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ,